ਸਨਮਾਨਯੋਗ ਗੁਰੂ ਸਵਾਰਿਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਮਿਸ਼ਨਰੀ ਕਾਲਜ ਲੁਧਿਆਣਾ ਵੱਲੋਂ ਚੱਲ ਰਹੀ ਆਨਲਾਈਨ ਕਲਾਸ ਵਿੱਚ ਆਪ ਸਾਰਿਆਂ ਨੂੰ ਜੀ ਆਇਆਂ। ਅੱਜ ਅਸੀਂ ਕੈਪਟਨ ਜਸ਼ਪਾਲ ਸਿੰਘ ਜੀ ਦੇ ਨਾਲ ਇਕੱਠੇ ਹੋਏ ਹਾਂ। ਕੈਪਟਨ ਜਸ਼ਪਾਲ ਸਿੰਘ ਜੀ ਜੋ ਗਾਏ ਬਖਾਏ ਇਸ ਕਲਾਸ ਵਿੱਚ ਆ ਕੇ ਪ੍ਰੈਜੈਂਟੇਸ਼ਨ ਦਿੰਦੇ ਹਨ, ਗੁਰਮਤਿ ਸਿਧਾਂਤਾਂ ਦੀ ਭਰਪੂਰ ਖੋਜ ਤੇ ਜਾਣਕਾਰੀ ਸਾਡੇ ਨਾਲ ਸਾਂਝੀ ਕਰਦੇ ਹਨ। ਅੱਜ ਉਹਨਾਂ ਦਾ ਵਿਸ਼ਾ ਹੈ ਵਿੱਚੇ ਮਾਇਆ ਪਾਇਆ, ਜੋ ਆਨੰਦ ਸਾਹਿਬ ਜੀ ਦੀ ਪਾਵਨ ਪੰਕਤੀ ਦੇ ਵਿੱਚ ਆਉਂਦਾ ਹੈ, ਕਹਿ ਨਾਨਕ ਗੁਰ ਪ੍ਰਸਾਦੀ ਜਿਨ੍ਹਾਂ ਲਿਵ ਲਾਗੀ ਤਿਨੀ ਵਿੱਚੇ ਮਾਇਆ ਪਾਇਆ। ਇਹ ਵਿੱਚੇ ਮਾਇਆ ਪਾਇਆ ਦੇ ਉੱਤੇ ਅੱਜ ਸਾਡੇ ਨਾਲ ਵਿਚਾਰ ਸਾਂਝੇ ਕਰਨਗੇ। ਪੀਪੀਟੀ ਪ੍ਰੈਜੈਂਟੇਸ਼ਨ ਤੁਹਾਡੇ ਸਕਰੀਨ ਦੇ ਉੱਤੇ ਹੈ। ਆਪ ਜੀ ਕਿਰਪਾ ਕਰਕੇ ਕੈਪਟਨ ਜਸ਼ਪਾਲ ਸਿੰਘ ਜੀ ਪਾਸੋਂ ਅਸੀਂ ਸਰਵਣ ਕਰਦੇ ਹਾਂ। ਵਿੱਚੇ ਮਾਇਆ ਪਾਇਆ, ਕੈਪਟਨ ਜਸ਼ਪਾਲ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜ਼ੂਮ ਰਾਹੀਂ ਜੁੜੇ ਸਾਰੇ ਵੀਰਾਂ ਭੈਣਾਂ ਨੂੰ ਸਤਿਕਾਰ ਸਹਿਤ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਵੇਂ ਕਿ ਵੀਰ ਹਰਜੀਤ ਸਿੰਘ ਜੀ ਨੇ ਆਪ ਜੀ ਨੂੰ ਦੱਸ ਦਿੱਤਾ ਹੈ ਕਿ ਅੱਜ ਦਾ ਸਾਡਾ ਵਿਸ਼ਾ ਹੈ ਵਿੱਚੇ ਮਾਇਆ ਪਾਇਆ। ਸਾਡਾ ਸਮਾਜ ਜਾਂ ਮਨੁੱਖ ਆਮ ਤੌਰ ਤੇ ਦੋ ਸਿਰਿਆਂ ਦਾ, ਅੱਤ ਦਾ ਹਮੇਸ਼ਾ ਸ਼ਿਕਾਰ ਰਹਿੰਦਾ ਹੈ। ਇਹ ਵਰਤਾਰਾ ਅਸੀਂ ਜ਼ਿੰਦਗੀ ਦੇ ਹਰ ਪੱਖ ਵਿੱਚ ਦੇਖਦੇ ਹਾਂ। ਰਾਜਨੀਤਿਕ ਪੱਖ ਵਿੱਚ ਵੀ ਦੇਖਿਆ ਜਾਏ ਤੇ ਬੰਦਿਆਂ ਦਾ ਉਲਾਰ ਕਈ ਵਾਰ ਟੋਟਲ ਕੈਪੀਟਲਿਜ਼ਮ ਵਾਲੇ ਪਾਸੇ, ਪੂੰਜੀਵਾਦ ਵਾਲੇ ਪਾਸੇ ਆ ਜਾਂਦਾ ਹੈ। ਜਦੋਂ ਉਧਰੋਂ ਦੀ ਬੰਦਾ ਫਰਸਟ੍ਰੇਟ ਹੁੰਦਾ ਤੇ ਫਿਰ ਸਮਾਜਵਾਦ ਵਾਲੇ ਪਾਸੇ, ਜਿਹਨੂੰ ਅਸੀਂ ਸੋਸ਼ਲਿਜ਼ਮ ਕਹਿੰਦੇ ਹਾਂ, ਅੱਤ ਦਾ, ਉਸ ਪਾਸੇ ਆ ਜਾਂਦਾ ਹੈ। ਇਸੇ ਤਰ੍ਹਾਂ ਧਰਮ ਦੇ ਜਗਤ ਵਿੱਚ ਵੀ ਮਨੁੱਖ ਜਾਂ ਤੇ ਪੂਰਨ ਤੌਰ ਤੇ ਮਾਇਆ ਵਿੱਚ ਖਚਿਤ ਹੋ ਜਾਂਦਾ ਹੈ, ਤੇ ਜਿਹੜੇ ਲੋਕ ਧੰਦਿਆਂ ਵਿੱਚ ਲੱਗੇ ਰਹਿੰਦੇ ਨੇ ਉਹ ਕਹਿੰਦੇ ਨੇ ਵੀ ਇਹ ਧਰਮ ਕਰਮ ਤੇ ਸਾਧੂਆਂ ਦਾ, ਸੰਤਾਂ ਦਾ ਜਾਂ ਕਿਸੇ ਪੁਜਾਰੀਆਂ ਦਾ ਕੰਮ ਹੈਗਾ, ਰਸਮੋਂ ਕਰਮ ਕਰਨ ਦਾ। ਸਾਡੇ ਤੇ ਧੰਦੇ ਨੇ, ਪਰਿਵਾਰ ਨੇ, ਅਸੀਂ ਕਬੀਲ ਵਾਲੇ ਹਾਂ, ਕਬੀਲਦਾਰ ਹੈਗੇ ਹਾਂ। ਇਸੇ ਤਰ੍ਹਾਂ ਜਿਹੜੇ ਕੁਛ ਧਾਰਮਿਕ ਜਗਤ ਵਿੱਚ ਭੁਲੇਖੇ 'ਚ ਬੰਦੇ ਪੈਂਦੇ ਨੇ, ਉਹ ਕਹਿੰਦੇ ਜੀ ਇਹ ਦੁਨੀਆ ਧੰਦਿਆਂ 'ਚ ਪਈ ਹੋਈ ਹੈ, ਅਸੀਂ ਇਹਨਾਂ ਧੰਦਿਆਂ ਤੋਂ ਮੁਕਤ ਹੈਗੇ ਹਾਂ ਤੇ ਅਸੀਂ ਤੇ ਗੁਫਾ 'ਚ ਬੈਠ ਕੇ, ਪਹਾੜਾਂ ਦੀ ਕੰਦਰਾਂ 'ਚ ਜਾ ਕੇ ਜਾਂ ਹੋਰ ਦੁੱਖ ਝੱਲ ਕੇ ਅਸੀਂ ਕੋਈ ਜਪ ਤਪ ਕਰਦੇ ਹਾਂ। ਗੁਰੂ ਸਾਹਿਬ ਨੇ ਦੋਨੋਂ ਕਿਸਮ ਦੀਆਂ ਅੱਤ ਨੂੰ ਨਕਾਰਿਆ ਹੈ। ਅੱਜ ਦੀ ਵੀ ਅਸੀਂ ਜਗਤ ਵਿੱਚ ਦੇਖਦੇ ਹਾਂ, ਇਸ ਗੱਲ ਦਾ ਪ੍ਰਭਾਵ ਹੈ। ਤੁਹਾਨੂੰ ਗਾਹੇ ਬਗਾਹੇ ਅਖਬਾਰ 'ਚ ਖਬਰ ਪੜ੍ਹਨ ਨੂੰ ਮਿਲਦੀ ਹੈ ਕਿ ਫਲਾਨਾ ਅਰਬਾਂਪਤੀ ਦਾ ਮੁੰਡਾ ਸੀਗਾ, ਉਹ ਵਿਰਕਤ ਹੋ ਗਿਆ ਤੇ ਉਹਨੇ ਟਿੰਡ ਕਰਾ ਲਈ ਤੇ ਉਹਨੇ ਉਹ ਦਿਗੰਬਰ ਜੈਨ ਬਣ ਗਿਆ, ਦਿਗੰਬਰ ਸਾਧੂ ਬਣ ਗਿਆ। ਤੇ ਪਰਿਵਾਰ ਵਾਲੇ ਬੜੇ ਦੁਖੀ ਨੇ ਵੀ ਅੱਗੇ ਉਹਨੇ ਬਿਜ਼ਨਸ ਸਾਂਭਣਾ ਸੀਗਾ ਤੇ ਉਹ ਅੱਗੇ ਉਹ ਸਾਧੂ ਬਣ ਗਿਆ। ਮੇਰੀ ਜਾਣਕਾਰੀ ਵਿੱਚ ਇੱਕ ਹੋਰ ਹੈਗੇ ਨੇ, ਮੇਰੇ ਬ੍ਰਦਰ ਦੇ ਕਲਾਇੰਟ ਹੈਗੇ ਨੇ, ਆਰਕੀਟੈਕਟ ਦੇ, ਤੇ ਉਹ ਕਾਫੀ ਰਜੇ ਪੁਜੇ ਬੰਦੇ ਨੇ ਤੇ ਉਹਦੇ ਮਾਤਾ ਪਿਤਾ ਬੜੇ ਪਰੇਸ਼ਾਨ ਨੇ ਕਿ ਉਹਨਾਂ ਦਾ ਮੁੰਡਾ ਤੇ ਨੂੰਹ ਇੱਕ ਸਾਧੂ ਦੇ ਮਗਰ ਲੱਗ ਕੇ ਉਹ ਕੰਮ ਕਰਨ ਤੋਂ ਬਿਲਕੁਲ ਹਟਦੇ ਜਾ ਰਹੇ ਨੇ ਤੇ ਉਸ ਪਾਸੇ ਲੱਗੀ ਜਾ ਰਹੇ ਨੇ। ਅਸੀਂ ਬੜੇ ਭਾਗਾਂ ਵਾਲੇ ਹਾਂ, ਸਾਨੂੰ ਗੁਰੂ ਸਾਹਿਬ ਨੇ ਪੂਰਨ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਾਇਆ ਹੈ। ਤੇ ਮੈਂ ਕਹਾਂਗਾ ਕਿ ਗੁਰੂ ਗ੍ਰੰਥ ਸਾਹਿਬ ਸਾਡਾ ਇੱਕ ਜ਼ਿੰਦਗੀ ਦਾ ਜਿੱਦਾਂ ਇੱਕ ਜਿਸ ਤਰ੍ਹਾਂ ਇੰਸਟਰਕਸ਼ਨ ਮੈਨੂਅਲ ਹੁੰਦਾ। ਅਸੀਂ ਕੋਈ ਗੈਜਟ ਲੈ ਕੇ ਆਉਂਦੇ ਹਾਂ ਤੇ ਉਹ ਜਿਹੜਾ ਸਿਆਣਾ ਬੰਦਾ ਹੁੰਦਾ ਪਹਿਲੇ ਉਹ ਪੜ੍ਹਦਾ, ਕਿਉਂ ਉਹਦੇ ਉੱਤੇ ਲਿਖਿਆ ਵੀ ਹੁੰਦਾ, ਕਹਿੰਦੇ ਰੀਡ ਕੇਅਰਫੁਲੀ ਬਿਫੋਰ ਯੂਜ਼ਿੰਗ ਦਿਸ ਗੈਜਟ। ਇਹ ਬੁਕਲੈਟ ਨੂੰ ਚੰਗੀ ਤਰ੍ਹਾਂ ਪੜ੍ਹੋ, ਹੈ ਗੈਜਟ ਨੂੰ ਵਰਤਣ ਤੋਂ ਪਹਿਲਾਂ। ਉਹਦੇ ਵਿੱਚ ਕੁਝ ਡੂਜ਼ ਹੁੰਦੇ ਨੇ, ਡੋਂਟਸ ਹੁੰਦੇ ਨੇ, ਗਾਰੰਟੀਜ਼ ਹੁੰਦੀਆਂ, ਵਾਰੰਟੀ ਹੁੰਦੀ ਹੈ, ਕੇਅਰ ਐਂਡ ਕੌਸ਼ਨ ਹੁੰਦੀ ਹੈ। ਸੋ ਮੈਂ ਸਮਝਦਾ ਕਿ ਹਾਲਾਂਕਿ ਬੜਾ ਲੂਜ਼ ਜਿਹਾ ਐਗਜ਼ਾਮਪਲ ਹੈ, ਪਰ ਇੱਕ ਸਮਝਣ ਲਈ ਜ਼ਿੰਦਗੀ ਕਿਵੇਂ ਸੁਚੱਜੇ ਢੰਗ ਨਾਲ ਜੀਵੀ ਜਾਵੇ ਤੇ ਕਿਹੜੇ ਨਿਰਰਥਕ ਕੰਮ ਨੇ, ਕਿਹੜੇ ਕੰਮ ਕਰਨ ਵਾਲੇ ਨੇ, ਕੀ ਨਹੀਂ ਕਰਨ ਵਾਲੇ, ਕੀ ਛੱਡਣਾ ਹੈ, ਕੀ ਗ੍ਰਹਿਣ ਕਰਨਾ ਹੈ, ਗੁਰੂ ਗ੍ਰੰਥ ਸਾਹਿਬ ਬਾਖੂਬੀ ਸਾਨੂੰ ਸਮਝਾਉਂਦੇ ਹਨ। ਇੱਕ ਪੰਕਤੀ ਆਉਂਦੀ ਗੁਰੂ ਗ੍ਰੰਥ ਸਾਹਿਬ ਵਿੱਚ ਕਿ ਗੁਰਮੁਖ ਪਰਵਿਰਤ ਨਿਰਵਿਰਤ ਪਛਾਣੈ। ਅਰਥਾਤ ਜਿਹੜਾ ਮਨੁੱਖ ਗੁਰੂ ਦੇ ਵੱਲ ਮੁੱਖ ਕਰ ਲੈਂਦਾ ਹੈ, ਫਿਰ ਉਹ ਇੰਨਾ ਸਿਆਣਾ ਸੂਝਵਾਨ ਹੋ ਜਾਂਦਾ ਹੈ, ਉਹਨੂੰ ਪਤਾ ਲੱਗ ਜਾਂਦਾ ਹੈ ਕਿ ਜ਼ਿੰਦਗੀ ਜਿਉਂਦੇ ਹੋਏ ਮੈਂ ਪਰਵਿਰਤ ਕਿਹਦੇ ਵਿੱਚ ਖਚਿਤ ਹੋਣਾ ਹੈ ਤੇ ਕਿਹਦੇ ਵਿੱਚ ਮੈਂ ਨਿਰਵਿਰਤ, ਕਿਹੜੀ ਚੀਜ਼ਾਂ ਨੂੰ ਛੱਡਣਾ ਹੈ, ਤਿਆਗਣਾ। ਸੁਖਮਨੀ ਸਾਹਿਬ ਜੀ ਹੁੰਦੇ ਰਤਨ ਤਿਆਗ ਕੌਡੀ ਸੰਗ ਰਚੈ, ਸਾਜ ਛੋੜ ਝੂਠ ਸੰਗ ਮਚੈ। ਇਹ ਸਾਰੀ ਵਿਆਖਿਆ ਜਿੰਨੀ ਵੀ ਪੰਕਤੀਆਂ ਨੇ, ਗੱਲਾਂ ਨੇ, ਗੁਰਬਾਣੀ 'ਚ ਗੁਰੂ ਗ੍ਰੰਥ ਸਾਹਿਬ ਨੇ ਥਾਂ ਥਾਂ ਇਹਨਾਂ ਦੀ ਵਿਆਖਿਆ ਕੀਤੀ ਹੋਈ ਹੈ।
ਮਾਇਆ ਦੇ ਬਾਰੇ ਵੀ ਗੁਰੂ ਸਾਹਿਬ ਬੜਾ ਸੋਹਣਾ, ਸਾਡੀ ਇਕਨੋਮੀ ਜੋ ਸਾਨੂੰ ਇਕਨੋਮਿਕਸ ਗੁਰੂ ਸਾਹਿਬ ਨੇ ਸਮਝਾਈ ਹੈ ਉਹ ਬੜੀ ਕਮਾਲ ਦੀ ਹੈ। ਮਾਇਆ ਗੁਜ਼ਰਾਨ ਕਹੀ ਗਈ ਹੈ, ਰਾਤ ਕਾਰਨ ਤਨ ਸੰਚੀਏ ਭਲਕੇ ਚੱਲਣ ਹੋਏ, ਸੰਚਤ ਸੰਚਤ ਥੈਲੀ ਕੀਨੀ ਪ੍ਰਭੂ ਸਤੇ ਡਾਰ ਅਵਰ ਕੋ ਦੀਨੀ, ਜਾਂ ਕਾਚਾ ਤਨ ਸੰਚੈ ਮੂਰਖ ਗਾਵਾਰ, ਜਿੰਨੀ ਚਲਣ ਜਾਣਿਆ ਤੇ ਕਿਉਂ ਕਰੇ ਵਿਥਾਰ, ਜਾਂ ਫਿਰ ਜਿਸ ਗ੍ਰਹਿ ਬਹੁਤ ਤਿਸੈ ਗ੍ਰਹਿ ਚਿੰਤਾ, ਜਿਸ ਗ੍ਰਹਿ ਥੋੜੀ ਸੋ ਫਿਰੇ ਪ੍ਰਮੰਤਾ, ਦੋ ਵਿਵਸਥਾ ਤੇ ਜੋ ਮੁਕਤਾ ਸੋਈ ਸੁਹੇਲਾ ਭਾਲੀ ਹੈ। ਸੋ ਗੁਰੂ ਸਾਹਿਬ ਨੇ ਸਾਨੂੰ ਇੱਕ ਬੜਾ ਬੈਲੈਂਸਡ ਅਪਰੋਚ ਦੱਸੀ ਹੈ, ਜਿਹਦੇ ਵਿੱਚ ਅਸੀਂ ਸੰਸਾਰ ਦੀਆਂ ਮੁਸ਼ਕਲਾਂ ਤੋਂ, ਮੁਸੀਬਤਾਂ ਤੋਂ, ਔਂਕੜਾਂ ਤੋਂ, ਜ਼ਿੰਮੇਵਾਰੀਆਂ ਤੋਂ ਭੱਜਣਾ ਨਹੀਂ, ਭਗੌੜੇ ਨਹੀਂ ਹੋਣਾ, ਹੈਡ ਔਨ, ਮਤਲਬ ਕਿ ਚੁਣੌਤੀ ਲੈਂਦੇ ਹੋਏ, ਕਹਿੰਦੇ ਨਾ ਗੁਰ ਥਾਪੀ ਦਿੱਤੀ ਕੰਡ ਜਿਓ, ਵੀ ਗੁਰੂ ਨੇ ਸਿੱਖ ਨੂੰ ਥਾਪੜਾ ਦਿੱਤਾ, ਚੱਲ ਮੇਰਾ ਸ਼ੇਰ ਆ ਜਾ ਮੈਦਾਨ ਦੇ ਵਿੱਚ, ਨਿਹੱਤੇ ਪੰਜ ਜਵਾਨ ਮੈਂ। ਸੋ ਗੁਰੂ ਸਾਹਿਬ ਦਾ ਐਸਾ ਕਮਾਲ ਹੈ, ਗੁਰੂ ਸਾਹਿਬ ਇੰਨੇ ਤਗੜੇ ਸਾਡੇ ਕੋਚ ਨੇ, ਇਹ ਸੰਸਾਰ ਪਿੜ ਦੇ ਵਿੱਚ ਜਿਹੜੀ ਜੰਗ ਹੈਗੀ ਹੈ ਇਹਨੂੰ ਲੜਨ ਲਈ ਗੁਰੂ ਸਾਹਿਬ ਸਾਨੂੰ ਸਹਾਈ ਕਰਦੇ ਨੇ, ਸਾਨੂੰ ਸਹਾਇਤਾ ਦਿੰਦੇ ਨੇ, ਤੇ ਕਹਿੰਦੇ ਸਿਰ ਉੱਪਰ ਠਾਡਾ ਗੁਰਸੂਰਾ, ਨਾਨਕ ਤਾਂਕੇ ਕਾਰਜ ਪੂਰਾ। ਸੋ ਇਸੇ ਗੱਲ ਨੂੰ ਉਦਾਹਰਨ ਬਣਾਉਂਦੇ ਹੋਏ ਵੀ ਗੁਰੂ ਕੇ ਸਿੱਖ ਨੇ ਕਦੀ ਵੀ ਇਧਰੋਂ ਉਧਰੋਂ ਕੋਈ ਆਈਡੀਆਜ਼ ਨਹੀਂ ਲੈਣੇ। ਕਿਉਂ ਨਹੀਂ ਲੈਣੇ? ਕਿਉਂਕਿ ਪੂਰੇ ਗੁਰ ਕੀ ਪੂਰੀ ਦੀਖਿਆ, ਜਿਸ ਮਨ ਬਸੈ ਤਿਸ ਸਾਚ ਪ੍ਰੀਖਿਆ। ਗੁਰੂ ਪੂਰਨ ਹੈ, ਉਹਦੀ ਦੀਖਿਆ ਜੋ ਸਿੱਖਿਆ ਹੈ ਉਹ ਵੀ ਪਰਿਪੂਰਨ ਹੈ, ਉਹਦੇ ਵਿੱਚ ਕੋਈ ਤੋਟ, ਕੋਈ ਕਮੀ ਨਹੀਂ ਜਿਹਨੂੰ ਕਿਤੇ ਬਾਹਰੋਂ ਕਿਸੇ ਹੋਰ ਸੋਮੇ ਤੋਂ, ਸੋਰਸ ਤੋਂ ਉਹਨੂੰ ਸਪਲੀਮੈਂਟ ਕੀਤਾ ਜਾਵੇ। ਇਹ ਗੱਲ ਬੜੀ ਮਹੱਤਵਪੂਰਨ ਹੈ। ਸੋ ਜਿਸ ਮਨ ਬਸੇ, ਜਿਸ ਹਿਰਦੇ ਦੇ ਵਿੱਚ ਇਹ ਪੂਰਨ ਗੁਰੂ ਦੀ ਪੂਰੀ ਦੀਖਿਆ ਵਸ ਜਾਂਦੀ ਹੈ, ਤਿਸ ਸਾਚ ਪ੍ਰੀਖਿਆ, ਉਹ ਸੱਚ ਨੂੰ ਪਰਖਣ ਯੋਗ, ਸਦਾ ਥਿਰ ਪਰਮਾਤਮਾ ਦੇ ਨਾਲ ਉਹਦੀ ਸਾਂਝ ਪੈ ਜਾਂਦੀ ਹੈ, ਉਹ ਪਰਖਣ ਯੋਗ ਹੋ ਜਾਂਦਾ ਹੈ, ਉਹ ਵਿਵੇਕਸ਼ੀਲ ਹੋ ਜਾਂਦਾ ਹੈ। ਅਸੀਂ ਸਾਰੇ ਜਾਣਦੇ ਹਾਂ ਭਗਤ ਨਾਮਦੇਵ ਜੀ, ਭਗਤ ਤਿਰਲੋਚਨ ਜੀ ਸਮਕਾਲੀ ਸੀਗੇ। ਭਗਤ ਨਾਮਦੇਵ ਜੀ ਛਿੰਬੇ ਜਾਤ ਵਿੱਚੋਂ ਸਨ, ਭਗਤ ਤਿਰਲੋਚਨ ਜੀ ਬ੍ਰਾਹਮਣ ਸਨ, ਸਨਾਤਨੀ ਪਿਛੋਕੜ ਸੀ। ਇਹ ਦੋ ਸ਼ਲੋਕ ਉਹਨਾਂ ਦੇ ਵਾਰਤਾਲਾਪ ਨੂੰ ਦਰਸਾਉਂਦੇ ਹਨ, ਪਰ ਇਹ ਸ਼ਲੋਕ ਭਗਤ ਕਬੀਰ ਜੀ ਦੇ ਲਿਖੇ ਹੋਏ ਹਨ। ਇੱਕ ਹੈ ਸ਼ਲੋਕ 212ਵਾਂ ਜਿਹਦੇ ਵਿੱਚ ਸਵਾਲ ਹੈ, 213ਵਾਂ ਜਿਹਦੇ ਵਿੱਚ ਜਵਾਬ ਹੈ। ਭਗਤ ਕਬੀਰ ਜੀ ਨੇ, ਅਰਥਾਤ ਭਗਤ ਕਬੀਰ ਜੀ ਤੋਂ ਬਹੁਤ ਸਮਾਂ ਪਹਿਲਾਂ ਹੋਏ ਭਗਤ ਨਾਮਦੇਵ ਜੀ, ਭਗਤ ਤਿਰਲੋਚਨ ਜੀ ਦੀਆਂ ਗੱਲਾਂ ਬਾਤਾਂ ਪੂਰੇ ਹਿੰਦੁਸਤਾਨ ਵਿੱਚ ਪੈਂਦੀਆਂ ਹੋਣਗੀਆਂ, ਉਹਨਾਂ ਨੂੰ ਉਹਨਾਂ ਦੀ ਸਿੱਖਿਆ ਬਾਰੇ ਪਤਾ ਹੋਏਗਾ। ਤੇ ਭਗਤ ਕਬੀਰ ਜੀ ਨੇ ਇਹਨਾਂ ਨੂੰ ਕੋਟ ਕੀਤਾ, ਮਤਲਬ ਕਿ ਉਹਨਾਂ ਦੀ ਗੱਲ ਦਾ ਹਵਾਲਾ ਦਿੱਤਾ। ਇੱਕ ਮੈਂ ਇੱਥੇ ਨਾਲ ਜੁੜਦੇ ਹੋਰ ਗੱਲ ਕਰ ਦੇਵਾਂ, ਇੱਕ ਸ਼ਲੋਕ ਆਮ ਪੜ੍ਹਿਆ ਜਾਂਦਾ ਹੈ, ਤੇ ਜਿਹੜਿਆਂ ਨੇ ਆਪ ਹੱਲੇ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਨਹੀਂ ਕੀਤੇ ਉਹਨਾਂ ਨੂੰ ਭੁਲੇਖਾ ਪੈਂਦਾ ਕਿ ਸ਼ਾਇਦ ਭਗਤ ਰਵਿਦਾਸ ਜੀ ਦਾ ਸ਼ਲੋਕ ਹੈ, ਜਿਵੇਂ ਹਰਸੋ ਹੀਰਾ ਛੱਡ ਕੇ ਕਰੇ ਆਨ ਕੀ ਆਸ, ਤੇ ਨਰ ਦੋਜ਼ਕ ਜਾਹੇਂਗੇ ਸਤ ਭਾਖੈ ਰਵਿਦਾਸ। ਇਹ ਭਗਤ ਰਵਿਦਾਸ ਜੀ ਦਾ ਸ਼ਲੋਕ ਨਹੀਂ ਹੈਗਾ, ਇਹ ਸ਼ਲੋਕ ਵੀ ਭਗਤ ਕਬੀਰ ਜੀ ਦਾ ਹੈ। ਭਗਤ ਕਬੀਰ ਜੀ ਨੇ ਕਿਹਾ ਕਿ ਭਗਤ ਰਵਿਦਾਸ ਜੀ ਨੇ ਇਹ ਗੱਲ ਬਿਲਕੁਲ ਦਰੁਸਤ ਆਖੀ ਹੈ, ਸਤ ਭਾਖੈ ਰਵਿਦਾਸ। ਇਹ ਸ਼ਲੋਕ ਭਗਤ ਰਵਿਦਾਸ ਜੀ ਦਾ ਹੈ। ਸੋ ਇੱਥੇ ਵੀ ਦੇਖੋ, ਪਹਿਲਾ ਸਵਾਲ ਹੈ, ਭਗਤ ਨਾਮਦੇਵ ਜੀ ਨੂੰ ਭਗਤ ਤਿਰਲੋਚਨ ਜੀ ਨੇ ਕਿਹਾ, ਕਹਿੰਦੇ ਨਾਮਾ ਮਾਇਆ ਮੋਹਿਆ, ਕਹਿੰਦੇ ਨਾਮਦੇਵ ਤੇ ਮਾਇਆ ਦੇ ਵਿੱਚ ਖੁੱਭਿਆ ਹੋਇਆ, ਕਹਿ ਤਿਰਲੋਚਨ ਨੀਤ। ਇਹ ਗੱਲ ਤਿਰਲੋਚਨ ਮਿੱਤਰ ਭਗਤ ਨਾਮਦੇਵ ਜੀ ਦਾ ਕਹਿੰਦਾ ਹੈ। ਆਹੇ ਛਿਪੋ ਛਾਇਲਾ, ਛਾਇਲਾ ਦਾ ਮਤਲਬ ਹੁੰਦਾ ਹੈ ਅੰਬਰੇ, ਜੋ ਚੀਜ਼ ਛਾਂ ਦਿੰਦੀ ਹੈ ਅਰਥਾਤ ਢੱਕਦੀ ਹੈ, ਅਰਥਾਤ ਰਜਾਈ ਦੇ ਅੰਬਰੇ, ਅਸੀਂ ਜਿਹਨੂੰ ਛਾੜ ਕਹਿ ਦਿੰਦੇ ਹਾਂ। ਤੇ ਛਿਪੋ ਮੈਨੇ ਛਾਪਾ ਲਾਣਾ, ਠੇਕਣਾ। ਜਿੱਦਾਂ ਪੁਰਾਣੇ ਜ਼ਮਾਨੇ 'ਚ ਜਾਂ ਬਾਟਿਕ ਹੁੰਦੀ ਸੀਗੀ ਤੇ ਉਹ ਲੱਕੜ ਦੇ ਹੁੰਦੇ ਨੇ, ਉਹਦੇ 'ਚ ਗਰੂਵਿੰਗ ਕੀਤੀ, ਡਿਜ਼ਾਈਨ ਬਣਾਇਆ ਹੁੰਦਾ, ਤੇ ਇੱਦਾਂ ਠੇਕਦੇ ਨੇ, ਡਿਜ਼ਾਈਨ ਬਣਾਉਂਦੇ ਨੇ। ਤੇ ਕਹਿੰਦੇ ਤੂੰ ਤੇ ਅੰਬਰੇ ਹੀ ਠੇਕੀ ਜਾ ਰਿਹਾ, ਤੂੰ ਤੇ ਇਸ ਕੰਮ 'ਚ ਲੱਗਾ ਹੋਇਆ, ਆਰਾਮ ਨਾਲ ਲਵੋ ਚੀਤ, ਤੂੰ ਪਰਮਾਤਮਾ ਦੇ ਨਾਮ ਦੇ ਨਾਲ ਚਿੱਤ ਨਹੀਂ ਜੋੜਦਾ, ਤੂੰ ਤੇ ਮਾਇਆ ਵਾਲੇ ਪਾਸੇ ਲੱਗਾ ਹੋਇਆ। ਨੇੜਲੇ ਮਿੱਤਰ ਸੀਗੇ। ਭਗਤ ਨਾਮਦੇਵ ਜੀ ਨੇ ਜਵਾਬ ਦਿੱਤਾ, ਕਹਿੰਦੇ ਨਾਮਾ ਕਹੇ ਤਿਰਲੋਚਨਾ। ਨਾਮਦੇਵ ਕਹਿੰਦਾ, ਹੇ ਤਿਰਲੋਚਨ ਸੁਣ, ਮੁਖ ਤੇ ਰਾਮ ਸੰਭਾਲ, ਆਪਣੀ ਜ਼ੁਬਾਨ ਤੇ ਹਰ ਵੇਲੇ ਪਰਮਾਤਮਾ ਦਾ ਨਾਮ ਟਿਕਾ ਕੇ ਰੱਖ, ਸੰਭਾਲ ਕੇ ਰੱਖ। ਹਾਥ ਪਾਉ ਕਰ ਕਾਮ ਸਭ, ਹੱਥਾਂ ਪੈਰਾਂ ਦੇ ਨਾਲ ਤੂੰ ਸਾਰੇ ਕੰਮ ਕਰ, ਚੀਤ ਨਿਰੰਜਨ ਨਾਲ, ਤੇ ਆਪਣਾ ਚਿੱਤ ਜਿਹੜਾ ਹੈ, ਮਨ ਜਿਹੜਾ ਹੈ, ਉਹ ਨਿਰੰਜਨ, ਮਾਇਆ ਤੋਂ ਨਿਰਲੇ ਪਰਮਾਤਮਾ ਦੇ ਨਾਲ ਜੋੜ ਕੇ ਰੱਖ। ਇਹ ਹੈਗਾ ਗੁਰਮਤਿ ਦਾ ਸਿਧਾਂਤ। ਆਓ ਹੁਣ ਅਸੀਂ ਉਹ ਭਗਤ ਨਾਮ ਜੀ ਦਾ ਸ਼ਬਦ ਜਿਹੜਾ ਹੈ ਉਹ ਲੈਂਦੇ ਹਾਂ, ਜਿਸ ਆਧਾਰ ਤੇ ਭਗਤ ਕਬੀਰ ਜੀ ਨੇ ਇਹ ਦੋ ਸ਼ਲੋਕ ਸਾਨੂੰ ਦੱਸੇ ਨੇ। ਬਾਣੀ ਨਾਮਦੇਵ ਜੀ ਕੀ ਰਾਮਕਲੀ ਘਰ ਪਹਿਲਾ, ਇੱਕ ਓਂਕਾਰ ਸਤਿਗੁਰ ਪ੍ਰਸਾਦ।
ਆਨੀ ਲੈ ਕਾਗਦ ਕਾਟੀ ਲੈ ਗੂਡੀ, ਪਹਿਲੇ ਰਾਹੋ ਦਾ ਬੰਦ ਲੈ ਲੈਂਦੇ ਆ। ਮਨ ਰਾਮ ਨਾਮਾ ਬੇਦੀ ਅਲੇ, ਇਹ ਭਗਤ ਨਾਮਦੇਵ ਜੀ ਕਹਿੰਦੇ ਮੇਰਾ ਮਨ ਜਿਹੜਾ ਹੈ ਇਹ ਰਾਮ ਦੇ ਨਾਮ ਵਿੱਚ, ਪਰਮਾਤਮਾ ਦੇ ਨਾਮ ਵਿੱਚ ਵਿੰਨਿਆ ਗਿਆ ਹੈ, ਅਰਥਾਤ ਇੱਕ ਮਿਕ ਹੋ ਗਿਆ ਹੈ। ਜਿਵੇਂ ਤੀਰ ਕਿਸੇ ਚੀਜ਼ 'ਚ ਖੁੱਭ ਜਾਂਦਾ ਹੈ ਤੇ ਫਿਰ ਉਹਨੂੰ ਜੁਦਾ ਨਹੀਂ ਕੀਤਾ ਜਾ ਸਕਦਾ, ਉਹਨੂੰ ਕਹਿੰਦੇ ਵਿੰਨਿਆ ਗਿਆ ਹੈ। ਜੈਸੇ ਕਨਿਕ ਕਲਾ, ਕਨਿਕ ਮੈਨੇ ਸੋਨਾ, ਕਲਾ ਮੈਨੇ ਉਹਦੀ ਚਿੱਤਰਕਾਰੀ, ਸੁਨਿਆਰਾ ਜੋ ਕਰਦਾ ਹੈ। ਚਿੱਤ ਮਾਂਡੀ ਵਾਲੇ ਸ਼ਬਦ ਜਿਹੜਾ ਮੰਡਨ ਤੋਂ, ਜਿਹਦਾ ਖੰਡਨ ਤੋੜਨਾ ਹੁੰਦਾ ਹੈ, ਮੰਡਨ ਜੋੜਨਾ ਹੁੰਦਾ ਹੈ, ਮਾਂਡੀ ਵਾਲੇ ਜੁੜਿਆ ਹੋਇਆ ਹੈ। ਅਰਥਾਤ ਜਿਵੇਂ ਸੁਨਿਆਰੇ ਦਾ ਮਨ, ਚਿੱਤ ਜਿਹੜਾ ਹੈ ਮਾਂਡੀ ਵਾਲੇ ਜੁੜਿਆ ਹੁੰਦਾ ਹੈ, ਕਿਹਦੇ ਵਿੱਚ? ਕਨਕ ਦੀ ਕਲਾ, ਸੋਨੇ ਦੀ ਕਲਾ ਵਿੱਚ। ਸੋਨੇ ਦੀ ਜੋ ਚਿੱਤਰਕਾਰੀ ਡਿਜ਼ਾਈਨ ਬਣਾਉਂਦਾ ਹੈ, ਉਹ ਸੁਨਿਆਰਾ ਜਿਹੜਾ ਹੈ ਆਪਣੇ ਗਾਹਕਾਂ ਨਾਲ ਡੀਲ ਵੀ ਕਰਦਾ ਹੈ, ਗੱਲਬਾਤ ਵੀ ਕਰਦਾ ਹੈ। ਹਾਂਜੀ ਤੁਹਾਡੇ ਗਹਿਣੇ ਤਿਆਰ ਹੋ ਗਏ ਆ, ਰੱਖ ਜਾਓ, ਉਹ ਸਾਰਾ ਡੀਲਿੰਗ ਕਰਦਾ ਹੈ। ਪਰ ਉਹਦੀ ਸਾਰੀ ਕੰਸਨਟ੍ਰੇਸ਼ਨ, ਉਹਦਾ ਸਾਰਾ ਧਿਆਨ ਜਿਹੜਾ ਹੈ ਉਹ ਸੋਨੇ ਦੀ ਕਲਾ ਵਿੱਚ ਲੱਗ ਜਾਂਦਾ ਹੈ। ਤੇ ਭਗਤ ਨਾਮਦੇਵ ਜੀ ਕਹਿੰਦੇ ਮੇਰਾ ਨਾਮ ਵੀ ਪਰਮਾਤਮਾ ਦੇ ਨਾਮ ਵਿੱਚ ਇਵੇਂ ਹੀ ਲੱਗਿਆ ਹੋਇਆ ਹੈ, ਜਿਵੇਂ ਸੁਨਿਆਰੇ ਦਾ ਜਿਹੜੀ ਉਹ ਕੰਸਨਟ੍ਰੇਸ਼ਨ ਹੈਗੀ ਹੈ, ਉਹਦੀ ਜੋ ਉਹ 'ਚ ਪਕੜ ਹੈਗੀ ਹੈ, ਉਹਦੇ ਡਿਜ਼ਾਈਨ ਵਿੱਚ ਸੋਨੇ ਦਾ ਜੋ ਉਹ ਤਿਆਰ ਕਰਦਾ ਹੈ ਗਹਿਣਾ, ਉਹਦੇ ਵਿੱਚ ਉੱਭਰ ਕੇ ਆਉਂਦੀ ਹੈ। ਹੋਰ ਐਗਜ਼ਾਮਪਲ ਦਿੰਦੇ ਨੇ, ਕਹਿੰਦੇ ਆਨੀ ਲੈ ਕਾਗਦ ਕਾਟੀ ਲੈ ਗੂੜੀ। ਆਨੀ ਨੇ ਮੈਨੇ ਲਿਆਂਦਾ ਹੈ, ਇਹ ਆਨੀ ਲੈ ਸ਼ਬਦ ਮਰਾਠੀ ਦਾ ਅੰਸ਼ ਹੈਗਾ। ਕਹਿੰਦੇ ਕਾਗਦ ਮੈਨੇ ਕਾਗਜ਼, ਇੱਥੇ ਦੱਸ ਦਈਏ ਹੋਰ, ਇੱਥੇ ਕਾਗਦ ਲਿਖਿਆ। ਮੇਰੇ ਦਾਦੀ ਜੀ ਕਾਗਦ ਬੋਲਦੇ ਸੀਗੇ, ਦਾਦੀ ਜੀ, ਮੈਂ ਆਪਣੀ ਹੋਸ਼ ਵਿੱਚ ਕਾਗਦ ਬੋਲਦੇ ਸੀਗੇ। ਤੇ ਦੱਦਾ ਜਿਹੜਾ ਹੈ ਇਧਰੋਂ ਪਤਾ ਲੱਗਦਾ ਕਿ ਜਿਹੜਾ ਜੱਜੇ ਬੈਰ ਬਿੰਦੀ ਜ਼ੱਜ਼ਾ ਫਾਰਸੀ ਦਾ, ਇਹ ਪੰਜਾਬੀ ਜਾ ਕੇ ਦੱਦਾ ਬਣ ਜਾਂਦਾ। ਪੁਰਾਣੇ ਲੋਕਾਂ ਕੋਲ ਇਹਦਾ ਉਚਾਰਨ ਨਹੀਂ ਹੁੰਦਾ ਸੀਗਾ। ਕਾਜ਼ੀ ਤੋਂ ਕਾਦੀ, ਗੁਜ਼ਰਾਨ ਤੋਂ ਗੁਦਰਾਨ, ਗੁਜ਼ਰੈ ਤੋਂ ਗੁਦਰੈ, ਈਵਨ ਹਜ਼ਰਤ ਤੋਂ ਹਜ਼ਰਤ, ਇਹ ਵੀ ਸ਼ਬਦ ਗੁਰੂ ਨਾਨਕ ਪਾਤਸ਼ਾਹ ਨੂੰ ਹਜ਼ਰਤ ਲਿਖਿਆ ਤੇ ਹਜ਼ਰਤ। ਫਿਰ ਨਜ਼ਰ ਤੋਂ ਨਦਰ, ਹਾਜ਼ਰਾ ਹਜ਼ੂਰ ਤੋਂ ਹਾਦਰਾ ਹਦੂਰ। ਸੋ ਇਹ ਜਿਹੜੇ ਜੱਜੇ ਪੈਰ ਬਿੰਦੀ ਜ਼ੱਜ਼ਾ ਹੈਗਾ, ਇਹ ਪੰਜਾਬੀ ਜਾ ਕੇ ਦੱਦਾ ਬਣ ਜਾਂਦਾ। ਜਦੋਂ ਅਸੀਂ ਗੁਰਬਾਣੀ ਪੜ੍ਹਦੇ ਹਾਂ ਤਾਂ ਇਹਨਾਂ ਗੱਲਾਂ ਦੇ ਬਾਰੇ ਸਾਨੂੰ ਇਹ ਜਾਣਕਾਰੀ ਹੋਣੀ ਚਾਹੀਦੀ ਹੈ। ਸੋ ਆਨੀ ਲੈ ਕਾਗਦ ਕਾਟੀ ਲੈ ਗੂਡੀ, ਇੱਕ ਮੁੰਡਾ ਕਾਗਜ਼ ਲਿਆਂਦਾ ਹੈ, ਕੱਟ ਕੇ ਗੁੱਡੀ ਬਣਾਉਂਦਾ ਹੈ, ਪਤੰਗ ਬਣਾਉਂਦਾ ਹੈ। ਆਕਾਸ਼ ਦੇ ਵਿੱਚ ਭਰਮੀ ਵਾਲੇ ਭਰਮਾਉਂਦਾ ਹੈ, ਅਰਥਾਤ ਉਡਾਉਂਦਾ ਹੈ। ਪੰਚ ਜਨਾਸਿਓ ਬਾਤ ਬਤਊਆ, 4-5 ਉਹਦੇ ਸਾਥੀ ਖੱਬੇ ਸੱਜੇ ਹੁੰਦੇ ਨੇ, ਉਹਨਾਂ ਨਾਲ ਬਾਤ ਬਤਊਆ ਗੱਲਾਂ ਕਰਦਾ ਹੈ। ਉਹ ਕਹਿੰਦਾ ਉਹਨਾਂ ਪੇਚਾ ਲਾ, ਉਹ ਕਹਿੰਦਾ ਇੱਥੇ ਤੁਣਕਾ ਮਾਰ, ਉਹ ਕਹਿੰਦਾ ਡੋਰੀ ਢਿੱਲੀ ਛੱਡ, ਉਹ ਯਾਰ ਉਹਨਾਂ ਪੇਚਾ ਲਾਉਂਦੇ ਆ, ਉਹਨੂੰ ਵੱਢ ਦੇ, ਉਹਨੂੰ ਵਾਈਬੋ ਕਰਦੇ। ਸੋ ਗੱਲਾਂ ਕਰਦੇ ਨੇ, ਉਹ ਹੱਸਾ ਠੱਠਾ ਕਰਦੇ ਨੇ, ਇੱਧਰ ਉੱਧਰ ਦੇਖਦਾ ਵੀ ਹੈ। ਪਰ ਚੀਤ ਸੋ ਡੋਰੀ ਰਾਖੀ ਹਲੇ, ਪਰ ਉਹ ਮੁੰਡੇ ਦਾ ਜਿਹੜਾ ਚਿੱਤ ਹੈਗਾ, ਉਹਦਾ ਧਿਆਨ ਹੈ ਡੋਰੀ ਵਿੱਚ ਖੁੱਭਿਆ ਰਹਿੰਦਾ ਹੈ। ਉਹ ਧਿਆਨ ਰੱਖਦਾ ਹੈ ਕਿ ਜਿਹੜੀ ਗੁੱਡੀ ਹੈ ਕਿਤੇ ਇੱਧਰ ਉੱਧਰ ਅੜ ਨਾ ਜਾਵੇ। ਠੀਕ ਹੈ, ਅੱਗੇ ਚਲੀਏ। ਆਨੀ ਲੈ ਕੁੰਭ ਮਾਨੇ ਘੜਾ, ਭਰਾਈ ਲੈ ਉਦਕ ਦਾ ਮਤਲਬ ਹੈ ਪਾਣੀ। ਰਾਜਕੁਆਰੀਆਂ, ਕੁਆਰੀਆਂ ਬੀਬੀਆਂ, ਕੁੜੀਆਂ। ਪੁਰੰਦਰੀਏ, ਪੁਰ ਅੰਦਰ, ਸ਼ਹਿਰ ਦੇ ਵਿੱਚੋਂ ਜਾਂਦੀਆਂ ਨੇ ਖੂਹ ਦੇ। ਇਹ ਤੇ ਮੈਂ ਆਪਣੇ ਪਿੰਡ ਵਿੱਚ ਵੀ ਦੇਖਿਆ, ਜਦੋਂ ਮੈਂ ਛੋਟੇ ਹੁੰਦੇ ਪਿੰਡ ਜਾਂਦਾ ਸੀਗਾ ਤੇ ਪਿੰਡ ਦੇ ਗੱਭੇ ਸਾਂਝੇ ਥਾਂ ਤੇ ਖੂਹ ਹੁੰਦਾ ਸੀਗਾ, ਤੇ ਸਾਡੇ ਆਲੇ ਦੁਆਲੇ ਜਿਹੜੇ ਨਲਕੇ ਹੁੰਦੇ ਸੀ ਬੜੇ ਘੱਟ ਘਰਾਂ 'ਚ ਹੁੰਦੇ ਸੀਗੇ। ਤੇ ਉਹ ਕਿਸੇ ਕੋਲ ਇਜਾਜ਼ਤ ਲੈ ਕੇ ਅਸੀਂ ਨਲਕਾ ਕਹਿੰਦੇ ਸੀ ਵੀ ਤੁਹਾਡੇ ਕੋਲ ਪਾਣੀ ਬਾਲਟੀ ਦੀ ਭਰ ਲਈਏ। ਸੋ ਪ੍ਰਾਈਵੇਟ ਥਾਂ ਤੇ ਹੁੰਦਾ ਸੀਗਾ, ਨਿੱਜੀ ਥਾਂ ਤੇ ਉਹ ਆਮ ਲੋਕੀ ਨਹੀਂ ਆਉਂਦੇ ਸੀ, ਤੇ ਉਹ ਖੂਹ ਤੋਂ ਹੀ ਪਾਣੀ ਲੈ ਕੇ ਆਉਂਦੇ ਸੀਗੇ। ਤੇ 2-3 ਗਾਗਰਾਂ ਕੁੜੀਆਂ ਨੂੰ ਲਿਆਂਦੇ ਭਰਦੇ ਮੈਂ ਆਪ ਦੇਖਿਆ। ਤੇ ਮੈਂ ਵੀ ਕਈ ਵਾਰ ਜਾਂਦਾ ਸੀਗਾ ਤੇ ਬਾਲਟੀ ਭਰ ਕੇ ਅਸੀਂ ਖੂਹ ਤੋਂ ਲਿਆਂਦੇ ਹੁੰਦੇ ਸੀਗੇ। ਛੋਟਾ ਜਿਹਾ ਪਿੰਡ ਸੀਗਾ ਤੇ ਪਿੰਡ ਦੇ ਗੱਭੇ ਜਿਹੇ ਕਰਕੇ ਖੂਹ ਹੁੰਦਾ ਸੀਗਾ। ਸੋ ਆਨੀ ਲੈ ਕੁੰਭ ਭਰਾਈ ਲੈ ਉਦਕ, ਰਾਜਕੁਆਰ ਪੁਰੰਦਰੀਏ, ਕੁੜੀਆਂ ਸ਼ਹਿਰ ਦੇ ਵਿੱਚੋਂ, ਪੂਰੀ ਮਤਲਬ ਜਿਹੜਾ ਕਸਬਾ ਜੋ ਪਿੰਡ ਹੈਗਾ ਉਹ 'ਚੋਂ ਜਾਂਦੀਆਂ ਨੇ, ਆਪਣੇ ਘੜੇ ਲੈ ਕੇ ਪਾਣੀ ਨਾਲ ਭਰਦੀਆਂ ਨੇ। ਠੀਕ ਹੈ, ਤੇ ਹਸਤ ਵਿਨੋਦ ਵਿਚਾਰ ਕਰਤੀ ਹੈ, ਚੀਤ ਸੋ ਗਾਗਰ ਰਾਖੀ ਵਾਲੇ। ਉਹ ਜਿਹੜੇ ਘੜੇ ਹੁੰਦੇ ਨੇ 1, 2, 3, ਕੇਵਲ 4 ਘੜੇ ਵੀ ਉੱਪਰ ਰੱਖੇ ਹੁੰਦੇ ਨੇ, ਤੇ ਹੱਥ ਉਹਨਾਂ ਦੇ ਥੱਲੇ ਲਮਕੇ ਹੁੰਦੇ ਨੇ। ਉਹਨਾਂ ਨੇ ਹੱਥ ਨਾਲ ਸਪੋਰਟ ਨਹੀਂ ਦਿੱਤਾ ਹੁੰਦਾ, ਸਿਰ ਉੱਤੇ ਬਿੰਨਾ ਰੱਖਿਆ ਹੁੰਦਾ ਇੱਕ। ਹਸਤ, ਉਹ ਹੱਸਦੀਆਂ ਨੇ, ਭੈਣੇ ਕਿਹੜੀ ਸਬਜ਼ੀ ਬਣਾਈਏ, ਹਾਂ ਭੈਣੇ ਤੂੰ ਭਾਂਡੇ ਮਾਂਜ ਲਏ, ਕੱਪੜੇ ਧੋ ਲਏ, ਗੱਲਾਂ ਬਾਤਾਂ ਕਰਦੀਆਂ। ਹਾਂਜੀ, ਹਸਤ ਵਿਨੋਦ, ਹੱਸਦੀਆਂ ਨੇ, ਵਿਨੋਦ ਹਾਸਾ ਠੱਠਾ ਕਰਦੀ, ਵਿਚਾਰਾਂ ਕਰਦੀਆਂ ਨੇ। ਚੀਤ ਸੋ ਗਾਗਰ ਰਾਖੀ ਵਾਲੇ, ਪਰ ਉਹਨਾਂ ਦਾ ਧਿਆਨ, ਬੈਲੈਂਸਿੰਗ ਜਿਹੜੀ ਉਹਨਾਂ ਦੀ ਸਕਿੱਲ ਹੈ ਉਹ ਗਾਗਰ ਤੇ ਹੁੰਦੀ ਹੈ। ਉਹ ਗਾਗਰ ਉਹਨਾਂ ਦੀ ਡਿੱਗਦੀ ਨਹੀਂ, ਭਾਵੇਂ ਉਹ ਖਿੜ ਕੇ ਹੱਸ ਰਹੀਆਂ ਹੁੰਦੀਆਂ ਨੇ। ਮੰਦਰ ਇੱਕ ਦਵਾਰਦਸ ਜਾ ਕੇ ਗਊ ਚਰਾਵਨ ਛਾਡੀ ਵਾਲੇ, ਜਿਹਨਾਂ ਦੇ ਡੇਰੀ ਫਾਰਮ ਹੈ ਉਹਦਾ, ਉਹਨਾਂ ਦਾ ਇੱਕ ਵੱਡਾ ਹਾਲ ਜਿਹਾ ਹੁੰਦਾ, ਕਈ ਉਹਨਾਂ ਦੇ ਕਮਰੇ ਵਾਲੀ ਕਈ ਦਰਵਾਜ਼ੇ ਹੁੰਦੇ ਨੇ, ਤੇ ਗਊਆਂ ਚਾਰਨ ਲਈ ਛੱਡ ਦਿੱਤੀਆਂ ਜਾਂਦੀਆਂ ਨੇ। ਮੰਦਰ ਇੱਕ ਬਿਲਡਿੰਗ ਹੈ, ਦਵਾਰਦਸ ਜਾ ਕੇ ਉਹਦੇ 10-12 ਦਰਵਾਜ਼ੇ ਨੇ।
ਗਾਈਆਂ ਚਾਰਨ ਲਈ ਛੱਡ ਦਿੱਤੀਆਂ। 5 ਕੋਸ ਪਰ ਗਊ ਚਰਾਵਤ। ਕੋਸ ਮਨੇ ਉਹ ਇੱਕ ਮਾਈਲ, ਇੱਕ ਉਹਦੀ ਯੂਨਿਟ ਹੈਗੀ, ਇਕਾਈ ਹੈਗੀ ਹੈ ਡਿਸਟੈਂਸ ਦੀ। ਕਿ 5 ਕੋਹਾਂ ਤੇ ਗਊਆਂ ਜਿਹੜੀਆਂ ਨੇ ਉਹ ਘਾਹ ਚਰਦੀਆਂ ਨੇ, ਪਰ ਚੀਤ ਸੋ ਬਛੜਾ ਰਾਖੀ ਹਲੇ। ਉਹ ਚਿੱਤ ਜਿਹੜਾ ਹੈ ਗਈਆਂ ਦਾ ਆਪਣੇ ਬੱਚਿਆਂ ਵਿੱਚ ਰਹਿੰਦਾ ਹੈ। ਇਹਦਾ ਇੱਕ ਹੋਰ ਐਨੋਲੋਜੀ ਵੀ ਹੈਗੀ ਹੈ। ਇਹ ਸਰੀਰ ਵੀ ਸਾਡਾ ਜਿੱਦਾਂ ਇਹ 'ਚ 10 ਇੰਦਰੀਆਂ, ਗਿਆਨ ਇੰਦਰੀਆਂ ਜਾਂ ਕਰਮ ਇੰਦਰੀਆਂ ਆਈਆਂ ਨੇ, ਇਹ ਵੀ ਇਹਨਾਂ ਨੂੰ ਵੀ ਗਾਈਆਂ ਕਿਹਾ। ਇਹ ਬਾਹਰ ਭਟਕਦੀਆਂ ਰਹਿੰਦੀਆਂ। ਉਹ ਭਗਤ ਨਾਮਦੇਵ ਜੀ ਕਹਿੰਦੇ ਨੇ ਵੀ ਮੇਰੀਆਂ ਜਿਹੜੀਆਂ ਇੰਦਰੀਆਂ ਨੇ ਬਾਹਰੀ ਤੌਰ ਤੇ ਮੈਂ ਸਾਰੇ ਕੰਮ ਕਾਰ ਕਰਦਾ, ਮੈਂ ਕਬੀਲਦਾਰ ਹੈਗਾ, ਮੈਂ ਮਾਇਆ ਨੂੰ ਡੀਲ ਵੀ ਕਰਦਾ, ਗਾਹਕਾਂ ਨੂੰ ਉਹਨਾਂ ਦਾ ਕੰਮ ਕਰਕੇ ਦਿੰਦਾ, ਉਹਨਾਂ ਕੋਲ ਪੈਸੇ ਲੈਣਾ, ਪਰ ਮੇਰਾ ਜਿਹੜਾ ਅੰਦਰ ਮਨ ਹੈਗਾ, ਚਿੱਤ ਜਿਹੜਾ ਹੈ ਉਹ ਪਰਮਾਤਮਾ ਨਾਲ ਜੁੜਿਆ ਰਹਿੰਦਾ ਹੈ। ਫਿਰ ਕਹਿੰਦੇ ਕਹਿਤ ਨਾਮਦੇਵ ਸੁਣੋ ਤਿਲੋਚਨ। ਹੁਣ ਇਸ ਤੋਂ ਪਤਾ ਲੱਗਦਾ ਕਿ ਇਸੇ ਸ਼ਬਦ ਦੇ ਆਧਾਰ ਤੇ ਜਿਹੜਾ ਉਹ 2 ਸ਼ਲੋਕ ਭਗਤ ਕਬੀਰ ਜੀ ਨੇ ਰਚੇ ਨੇ। ਕਹਿਤ ਨਾਮਦੇਵ ਸੁਣੋ ਤਿਲੋਚਨ, ਵੀ ਨਾਮਦੇਵ ਇਹ ਕਹਿੰਦਾ ਵੀ ਹੇ ਤਿਲੋਚਨ ਮਿੱਤਰ ਸੁਣ। ਬਾਲਕ ਪਾਲਨ ਪੌਂਡੀ ਵਾਲੇ, ਪਾਲਣ ਮਾਣੇ ਭੰਗੂੜਾ, ਪੌਂਡੀ ਵਾਲੇ ਪਾਇਆ ਹੋਇਆ। ਜਿਵੇਂ ਇੱਕ ਬੱਚੇ ਨੂੰ ਭੰਗੂੜੇ ਦੇ ਵਿੱਚ ਪਾਇਆ ਹੋਇਆ ਹੈ ਮਾਂ ਨੇ। ਅੰਤਰ ਬਾਹਰ ਕਾਜ ਵਿਰੋਧੀ, ਵਿਰੋਧੀ ਮੈਨੇ ਰੁੱਝੀ ਹੋਈ। ਅੰਤਰ ਬਾਹਰ, ਘਰ ਦੇ ਅੰਦਰ ਬਾਹਰ, ਕਦੀ ਪੋਚਾ ਲਾ ਰਹੀ ਹੈ, ਕਦੀ ਝਾੜੂ ਲਾ ਰਹੀ ਹੈ, ਕਦੀ ਆਟਾ ਗੁੰਦੀ ਪਈ ਹੈ, ਕਦੀ ਗੁਆਂਢਣ ਕੋ ਗਈ ਹੈ। ਕਹਿੰਦੇ ਅੰਤਰ ਬਾਹਰ ਕਾਜ ਵਿਰੋਧੀ, ਅੰਦਰ ਬਾਹਰ ਉਹ ਮਾਂ ਜਿਹੜੀ ਹੈ ਆਪਣੇ ਕੰਮ ਵਿੱਚ ਰੁੱਝੀ ਹੁੰਦੀ ਹੈ। ਚੀਤ ਸੋ ਬਾਰਿਕ ਰਾਖੀ ਹਲੇ, ਪਰ ਉਹਦਾ ਚਿੱਤ ਜਿਹੜਾ ਹੈ ਉਹ ਆਪਣੇ ਬੱਚੇ ਵੱਲ ਹੁੰਦਾ ਹੈ। ਜਿਵੇਂ ਬੱਚੇ ਨੂੰ ਰੋਣ ਦੀ ਆਵਾਜ਼ ਆਉਂਦੀ ਹੈ, ਐਵੇਂ ਦੇਖਿਆ ਘਰਾਂ 'ਚ ਵੀ ਦੇਖਿਆ ਹੋਣਾ, ਮੰਨ ਲਓ ਬਾਲਟੀ ਨਾਲ ਪੋਚਾ ਲਾ ਰਹੀ, ਉਸੇ ਵੇਲੇ ਬਾਲਟੀ ਪੋਚਾ ਛੱਡ ਕੇ ਹੱਥ ਫਟਾਫਟ ਪੂੰਝ ਕੇ ਉਹ ਜਾ ਕੇ ਆਪਣੇ ਪੁੱਤਰ ਨੂੰ ਛਾਤੀ ਨਾਲ, ਬੱਚੇ ਨੂੰ ਛਾਤੀ ਨਾਲ ਲਾ ਲੈਂਦੀ ਹੈ। ਸੋ ਅਰਥਾਤ ਕੰਮ ਕਰਦੇ ਹੋਏ ਉਹਦਾ ਧਿਆਨ ਜਿਹੜਾ ਸੀਗਾ ਮਾਂ ਦਾ ਆਪਣੇ ਬੱਚੇ ਵੱਲ ਹੁੰਦਾ ਹੈ। ਐਸੀ ਸ਼ਬਦ ਆਓ ਹੁਣ ਅਸੀਂ ਗੁਰਬਾਣੀ 'ਚੋਂ ਹੋਰ ਹਵਾਲੇ ਲਈਏ ਇਹਨਾਂ ਗੱਲਾਂ ਦੇ। ਇਹ ਮੈਂ ਥੋੜੇ ਨੈਟ ਤੋਂ ਲਈਆਂ ਸੀ ਤਸਵੀਰਾਂ। ਕਨਿਕ ਕਲਾ ਚਿਤ ਮਾਂਡੀ ਵਾਲੇ, ਪੂਰੀ ਖੂਬੀ ਹੋਈ ਹੈ, ਬੀਬੀ ਸੁਨਿਆਰੇ ਦਾ ਕੰਮ ਕਰਦੀ ਹੈ। ਫਿਰ ਇਹ ਦੇਖੋ ਚੀਤ ਸੋ ਡੋਰੀ ਰਾਖੀ ਵਾਲੇ, ਇਹ ਦੇਖੋ ਸਾਰੀਆਂ ਕੁੜੀਆਂ ਦਾ ਧਿਆਨ ਕਿੱਥੇ ਹੈਗਾ, ਪਤੰਗ ਉਡਾਉਂਦੇ, ਹੱਸ ਰਹੀਆਂ ਨੇ, ਚੀਕਾਂ ਮਾਰ ਰਹੀਆਂ ਨੇ, ਖੁਸ਼ ਨੇ, ਪਰ ਧਿਆਨ ਉੱਤੇ ਦੇਖੋ ਟਿਕ ਟਿਕੀ ਲਗਾ ਕੇ ਕਿੱਥੇ ਡੋਰੀ ਵੱਲ ਹੈ। ਇਹ ਬੀਬੀਆਂ ਤਸਵੀਰ ਹੈਗੀ ਹੈ, ਮੈਨੂੰ ਫੋਟੋ ਨਹੀਂ ਮਿਲ ਸਕੀ, ਤੇ ਇਹ ਤਸਵੀਰ ਬਣਾਈ ਹੋਈ ਕਿਸੇ ਨੇ ਪੇਂਟਿੰਗ, ਚੀਤ ਸੋ ਗਾਗਰ ਰਾਖੀ ਵਾਲੇ। ਇਹ ਚੀਤ ਸੋ ਬਛੜਾ ਰਾਖੀ ਵਾਲੇ, ਗਾਈਆਂ ਚਰਦੀਆਂ ਪਈਆਂ, 5 ਕੋਸ ਪਰ ਗਊ ਚਰਾਵਤ। ਤੇ ਅਗਲਾ ਹੈਗਾ ਚੀਤ ਸੋ ਬਾਲਿਕ, ਬਾਰਿਕ ਰਾਖੀ ਵਾਲੇ, ਭੰਗੂੜੇ ਵਿੱਚ ਬਾਲਕ ਪਿਆ ਹੋਇਆ। ਸੋ ਇਹ ਮੈਂ ਥੋੜਾ ਤਿਆਰ ਕੀਤਾ ਸੀਗਾ, ਵੈਸੇ ਤਾਂ ਸਾਰੇ ਵੱਡੇ ਸੱਜਣ ਨੇ, ਪਰ ਲਾਈਵ ਕਲਾਸ ਵਿੱਚ ਅਗਰ ਬੱਚੇ ਵੀ ਹੁੰਦੇ ਨੇ ਤਾਂ ਮੈਂ ਤਸਵੀਰਾਂ ਲਾਈਆਂ ਸੀਗੀਆਂ। ਹੁਣ ਦੇਖੀਏ ਗੁਰਬਾਣੀ ਚੋਂ ਕੁਝ ਹੋਰ ਹਵਾਲੇ। ਸੱਚ ਸਿਮਰਿਆ ਹੋਵੇ ਪ੍ਰਗਾਸ, ਜੋ ਸਾਡਾ ਰਸਤਾ ਹੈ ਗੁਰੂ ਸਾਹਿਬ ਨੇ ਸਮਝਾਇਆ। ਸੱਚ ਸਦਾ ਥਿਰ ਪਰਮਾਤਮਾ ਦੇ ਵਿੱਚ ਸੁਰਤ ਜੋੜ ਕੇ ਹੋਵੇ ਪ੍ਰਗਾਸ। ਆਤਮਿਕ ਜੀਵਨ ਦੀ ਸੋਝੀ ਮਿਲਦੀ ਹੈ, ਪ੍ਰਕਾਸ਼ ਹੋ ਜਾਂਦਾ ਹੈ ਪਰਮਾਤਮਾ ਦਾ ਸਿਮਰਨ ਕਰਨ ਦੇ ਨਾਲ। ਤਾਂ ਤੇ ਮੈਨੇ ਉਹ ਸਿਮਰਨ ਦੇ ਸਦਕਾ, ਉਹ ਸਿਮਰਨ ਦੀ ਬਰਕਤ ਦੇ ਨਾਲ, ਤਾਂ ਤੇ ਵਿਖਿਆ ਮੇ ਰਹੇ ਉਦਾਸ। ਵਿਖਿਆ ਜਿਹੜੀ ਹੈ ਮਾਇਆ, ਮਾਇਆ ਵਿੱਚ ਹੀ ਬੰਦਾ ਫਿਰ ਉਦਾਸ ਹੋ ਜਾਂਦਾ ਹੈ, ਨਿਰਲੇਪ ਹੋ ਜਾਂਦਾ ਹੈ। ਉਹਨੂੰ ਉਦਾਸੀ ਕੋਈ ਪਹਿਰਾਵਾ ਪਾ ਕੇ, ਗੇਰੂਏ ਵਸਤਰ ਪਾ ਕੇ, ਜਾਂ ਪਰਿਵਾਰ ਤਿਆਗ ਕੇ ਬ੍ਰਹਮਚਾਰੀ ਬਣ ਕੇ ਪਹਾੜਾਂ ਵਿੱਚ ਜਾ ਕੇ ਦੇਸ਼ਾਂ ਦਾ ਰਟਨ ਕਰਕੇ ਉਦਾਸੀ ਬਣਾਉਣ ਦੀ ਲੋੜ ਨਹੀਂ ਰਹਿੰਦੀ। ਉਹ ਫੈਕਟਰੀ ਦਾ ਮਾਲਿਕ ਹੋ ਕੇ, ਨੌਕਰੀ ਕਰਦੇ ਹੋਏ, ਸੈਲਫ ਇੰਪਲੋਇਡ ਹੋਏ, ਖੇਤੀ ਕਰਦੇ ਹੋਏ ਉਹ ਉਦਾਸ ਹੋ ਜਾਂਦਾ ਹੈ। ਕਹਿੰਦੇ ਸਤਿਗੁਰ ਕੀ ਐਸੀ ਵਡਿਆਈ, ਪੁੱਤਰ ਕਲੱਤਰ ਵਿੱਚੇ ਗਤ ਪਾਈ। ਮੈਂ ਆਪਣੇ ਸਤਿਗੁਰੂ ਦੀ ਮੇਰੀ ਇੰਨੀ ਵਡਿਆਈ ਹੈ, ਐਸੀ ਕਮਾਲ ਦੀ ਉਹਦਾ ਗਿਆਨ ਹੈ ਕਿ ਮੈਂ ਪੁੱਤਰਾਂ ਵਿੱਚ ਪੁੱਤਰ, ਧੀਆਂ ਪੁੱਤਰ, ਕਲੱਤਰ ਮੈਨੇ ਵਹੁਟੀ, ਅਰਥਾਤ ਪਤੀ ਲਈ ਪਤਨੀ ਤੇ ਪਤਨੀ ਲਈ ਪਤੀ, ਵਿੱਚੇ ਗਤ ਪਾਈ। ਗਤ ਮੈਨੇ ਉੱਚੀ ਆਤਮਿਕ ਅਵਸਥਾ ਜਾਂ ਮੁਕਤੀ। ਮੇਰੇ ਗੁਰੂ ਦੀ ਐਸੀ ਵਡਿਆਈ ਹੈ ਕਿ ਜਿਹੜਾ ਮਨੁੱਖ ਗੁਰੂ ਦੇ ਲੜ ਲੱਗਦਾ ਹੈ, ਉਹ ਧੀਆਂ ਪੁੱਤਾਂ ਵਿੱਚ ਰਹਿ ਕੇ ਵੀ, ਆਪਣੇ ਕਬੀਲਦਾਰੀ ਦੇ ਵਿੱਚ ਰਹਿ ਕੇ ਵੀ ਉੱਚੀ ਆਤਮਿਕ ਅਵਸਥਾ, ਮੁਕਤੀ ਪ੍ਰਾਪਤ ਕਰ ਲੈਂਦਾ ਹੈ। ਇਸੇ ਗੱਲ ਨੂੰ ਇੱਕ ਹੋਰ ਸ਼ਲੋਕ ਵਿੱਚ ਗੁਰੂ ਸਾਹਿਬ ਨੇ ਸਮਝਾਇਆ, ਨਾਨਕ ਸਤਿਗੁਰ ਭੇਟਿਆ ਪੂਰੀ ਹੋਵੇ ਜੁਗਤ। ਸੱਚੇ ਗੁਰੂ ਨਾਲ ਭੇਟ ਕਰਨ ਦੇ ਨਾਲ, ਸੱਚੇ ਗੁਰੂ ਦੇ ਲੜ ਲੱਗਿਆਂ ਪੂਰੀ ਹੋਵੇ ਜੁਗਤ। ਜੁਗਤ ਮੈਨੇ ਜੀਵਨ ਜੀਉਣ ਦੀ ਜੁਗਤ ਮੁਕੰਮਲ ਤੌਰ ਤੇ ਪੂਰੀ 100% ਬਿਨਾਂ ਕਿਸੇ ਉਣਤਾਈ ਤੋਂ ਪ੍ਰਾਪਤ ਹੋ ਜਾਂਦੀ ਹੈ।
ਤੇ ਫਿਰ ਕਹਿੰਦੇ ਹਸੰਦਿਆਂ ਖਿਲੰਦਿਆਂ ਪਹਿਨੰਦਿਆਂ ਖਾਵੰਦਿਆਂ ਵਿੱਚੇ ਹੋਵੇ ਮੁਕਤ। ਰੋਟੀ ਪਾਣੀ ਖਾਂਦੇ, ਕੋਈ ਵਰਤ ਰੱਖਣ ਦੀ ਲੋੜ ਨਹੀਂ, ਕੱਪੜੇ ਪਾਉਂਦੇ, ਕੋਈ ਨਾਗੇ ਬਣਨ ਦੀ ਲੋੜ ਨਹੀਂ, ਖਿਲੰਦਿਆਂ ਜੀਵਨ 'ਚ ਹੱਸਦੇ ਖੇਡਦੇ ਬੱਚਿਆਂ ਦੇ ਨਾਲ ਖੇਡ ਰਹੇ ਹੋ, ਪਤੀ ਪਤਨੀ ਨਾਲ ਤੁਸੀਂ ਹੱਸਦੇ ਖੇਡ ਰਹੇ ਹੋ, ਹਸੰਦਿਆਂ ਖੇਡੰਦਿਆਂ ਖਿਲੰਦਿਆਂ ਪਹਿਨੰਦਿਆਂ ਖਾਵੰਦਿਆਂ ਵਿੱਚੇ ਹੋਵੇ ਮੁਕਤ। ਇਹ ਤਾਂ ਹੁੰਦਾ ਜਦੋਂ ਮਨੁੱਖ ਪੂਰਨ ਸਤਿਗੁਰੂ ਦਾ ਗਿਆਨ ਨੂੰ ਪੜ੍ਹਦਾ ਹੈ, ਵਿਚਾਰਦਾ ਹੈ, ਆਪਣੇ ਜੀਵਨ ਵਿੱਚ ਕਮਾਉਂਦਾ ਹੈ, ਗੁਰੂ ਦੇ ਗਿਆਨ ਦੇ ਉੱਤੇ ਸਿੱਧਕ ਲੈ ਕੇ ਆਉਂਦਾ ਹੈ। ਇਹ ਕੰਮ ਸਿਰਫ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਣ ਦੇ ਨਾਲ ਨਹੀਂ ਹੋਏਗਾ। ਇਹ ਕੰਮ ਤਾਂ ਹੋਏਗਾ ਜਿੱਦਾਂ ਗੁਰੂ ਸਾਹਿਬ ਕਹਿੰਦੇ ਨੇ, ਸਤਿਗੁਰ ਕੀ ਬਾਣੀ ਸਤ ਸਤ ਕਰ ਮੰਨੋ, ਇਉ ਆਤਮ ਰਾਮੈ ਲੀਨਾ ਹੈ। ਆਤਮ ਰਾਮ ਦੇ ਵਿੱਚ ਲੀਨ ਤਾਂ ਹੋਇਆ ਜਾਏਗਾ ਜੇ ਅਸੀਂ ਗੁਰੂ ਦੀ ਬਾਣੀ ਨੂੰ ਸਤ ਸਤ ਕਰਕੇ ਜਾਣਾਂਗੇ, ਅਰਥਾਤ ਉਹਦੇ ਵਿੱਚ ਆਪਣੀ ਸਿਆਣਪ ਜਿਹੜੀ ਹੈ ਉਹ ਵਿੱਚ ਮਿਕਸ ਨਹੀਂ ਹੋਣੀ ਚਾਹੀਦੀ। ਵਾਹ ਵਾਹ ਬਾਣੀ ਸੱਚ ਹੈ, ਸੱਚ ਮਿਲਾਵਾ ਹੋਏ। ਸੋ ਉਹ ਬਾਣੀ ਜਿਹੜੀ ਹੈ, ਗੁਰਬਾਣੀ ਹੈ, ਇਹ ਸਦਾ ਸਥਿਰ ਅਕਾਲ ਪੁਰਖ ਪਰਮਾਤਮਾ ਦਾ ਆਪਣਾ ਰੂਪ ਹੈ ਤੇ ਇਹਨੂੰ ਪੜ੍ਹ ਵਿਚਾਰ ਕੇ ਉਸ ਸਦਾ ਸਥਿਰ ਪਰਮਾਤਮਾ ਦੇ ਵਿੱਚ ਬੰਦਾ ਲੀਨ ਹੋ ਸਕਦਾ ਹੈ, ਸੱਚ ਮਿਲਾਵਾ ਹੋਏ, ਸਦਾ ਸਥਿਰ ਪਰਮਾਤਮਾ ਦੇ ਨਾਲ ਮਿਲਾਪ ਹੋ ਜਾਂਦਾ ਹੈ। ਚਲਿਏ ਸ਼ਲੋਕ ਮਹਿਲਾ ਤੀਜਾ। ਕਲਯੁਗ ਮੈਂ ਨਾਮ ਨਿਧਾਨ। ਇਹ ਕਲਹ ਕਲੇਸ਼ ਝਮੇਲਿਆਂ ਧੰਦਿਆਂ ਨਾਲ ਭਰਿਆ ਹੋਇਆ ਜੋ ਸੰਸਾਰ ਹੈ, ਇਹ ਕਲਯੁਗ ਕੋਈ ਸਮੇਂ ਦੀ ਕੋਈ ਸਲੈਬ ਨਹੀਂ ਹੈਗਾ। ਹਮੇਸ਼ਾ ਹੀ ਧਰਤੀ ਤੇ ਆਉਣਾ ਸੰਕਟ ਰਿਹਾ ਹੀ ਹੈ। ਜਨਮ ਹੈ ਤੇ ਮਰਨ ਹੈ, ਤੇ ਜਨਮ ਮਰਨ ਦੇ ਵਿੱਚ ਸੁੱਖ ਦੁੱਖ, ਪਤਝੜ ਵੀ ਹੈ, ਬਸੰਤ ਵੀ ਹੈਗੀ ਹੈ, ਸਰੀਰ ਨੂੰ ਰੋਗ ਵੀ ਲੱਗਣਾ ਕਦੀ, ਤਾਂ ਇਹ ਹਮੇਸ਼ਾ ਰਹੇ ਨੇ। ਸੋ ਇਹ ਤੋਂ ਘਬਰਾਉਂਦਾ ਨਹੀਂ ਹੈਗਾ ਗੁਰੂ ਕਾ ਸਿੱਖ ਕਦੀ ਵੀ। ਕਲਯੁਗ ਮੈਂ ਨਾਮ ਨਿਧਾਨ। ਪਰ ਕਹਿੰਦੇ ਇਸ ਕਲਯੁਗ ਦੇ ਵਿੱਚ ਜਿਹੜਾ ਨਾਮ ਹੈ ਉਹ ਖਜ਼ਾਨਾ ਹੈ ਬੜਾ ਵੱਡਾ। ਭਗਤੀ ਖਟਿਆ ਤੇ ਇਹਦੀ ਕਮਾਈ ਕਿੱਦਾਂ ਕੀਤੀ ਜਾਂਦੀ ਹੈ? ਭਗਤੀ ਕਰਕੇ, ਬੰਦਗੀ ਕਰਕੇ ਹਰ ਉੱਤਮ ਪਦ ਪਾਇਆ, ਤੇ ਹਰੀ ਪਰਮਾਤਮਾ ਦੇ ਨਾਲ ਮਿਲਾਪ ਰੂਪੀ ਉੱਤਮ ਪਦਵੀ ਭਗਤੀ ਕੀਤਿਆਂ ਮਿਲਦੀ ਹੈ। ਸਤਿਗੁਰ ਸੇਵ ਵਾਵੇ ਨੂੰ ਸਿਹਾਰੀ ਹੈ, ਸਤਿਗੁਰੂ ਦੀ ਸੇਵਾ ਕਰਕੇ। ਹੁਣ ਸਤਿਗੁਰੂ ਦੀ ਸੇਵਾ ਕੀ ਹੈ? ਗੁਰ ਕੀ ਸੇਵਾ ਸ਼ਬਦ ਵਿਚਾਰ, ਅਰਥਾਤ ਗੁਰੂ ਦੇ ਉਪਦੇਸ਼ ਨੂੰ ਪੜ੍ਹਨਾ, ਕੰਠ ਕਰਨਾ, ਗਾਣਾ, ਸੁਣਨਾ, ਵਿਚਾਰਨਾ ਤੇ ਜੀਵਨ ਵਿੱਚ ਕਮਾਉਣਾ, ਇਹ ਹੈ ਗੁਰੂ ਦੀ ਸੇਵਾ। ਸਤਿਗੁਰ ਸੇਵ ਹਰ ਨਾਮ ਮਨ ਵਸਾਇਆ। ਸਤਿਗੁਰੂ ਦੀ ਸੇਵਾ ਕਰਕੇ, ਉਪਦੇਸ਼ ਤੇ ਚੱਲ ਕੇ ਹਰੀ ਪਰਮਾਤਮਾ ਦਾ ਨਾਮ ਮਨ ਵਸਾਇਆ ਜਾਂਦਾ ਹੈ। ਉਹ ਮਨ ਮਨੁੱਖ ਜਿਹੜਾ ਵਸਾਉਂਦਾ ਹੈ, ਅੰਦਿਨ ਨਾਮ ਤੇ ਆਇਆ ਤੇ ਰਾਤ ਦਿਨ ਨਾਮ ਤੇ ਆਉਂਦਾ ਹੈ। ਤੇ ਫਿਰ ਹੁੰਦਾ ਕਿ ਇਹ ਵਿੱਚੇ ਗ੍ਰਹਿ ਗੁਰ ਬਚਨ ਉਦਾਸੀ। ਘਰ ਦੇ ਵਿੱਚ ਰਹਿੰਦੇ ਹੋਏ ਵੀ ਗੁਰੂ ਦੇ ਬਚਨਾਂ ਸਦਕਾ, ਨੰਨੇ ਨੂੰ ਸਿਹਾਰੀਏ ਬਚਨ ਦੇ, ਗੁਰੂ ਦੇ ਬਚਨਾਂ ਦੁਆਰਾ ਉਹ ਉਦਾਸੀ ਬਣ ਜਾਂਦਾ ਹੈ। ਹਉਮੈ ਮੋਹ ਜਲਾਇਆ, ਉਹ ਆਪਣੀ ਹਉਮੈ ਨੂੰ ਅਤੇ ਮਾਇਆ ਦੇ ਮੋਹ ਨੂੰ ਸਾੜ ਦਿੰਦਾ ਹੈ, ਖਤਮ ਕਰ ਦਿੰਦਾ ਹੈ। ਆਪ ਤਰਿਆ, ਇਹੋ ਜਿਹਾ ਮਨੁੱਖ ਆਪ ਤੇ ਤਰਦਾ ਹੀ ਹੈ। ਕੁੱਲ ਜਗਤ ਤਰਾਇਆ, ਆਪਣੇ ਆਲੇ ਦੁਆਲੇ, ਆਪਣੇ ਖਾਨਦਾਨ ਨੂੰ, ਰਿਸ਼ਤੇਦਾਰਾਂ ਨੂੰ, ਸੰਬੰਧੀਆਂ ਨੂੰ, ਮਿੱਤਰਾਂ ਨੂੰ, ਜਗਤ ਨੂੰ ਤਰਾਂਦਾ ਹੈ। ਧਨ ਜਣਨ ਦੀ ਮਾਇਆ। ਇਹੋ ਜਿਹੇ ਭਾਗਾਂ ਵਾਲੇ ਸੱਜਣ ਦੀ ਮਾਂ ਜਿਹੜੀ ਏ ਉਹ ਵੀ ਧਨਤਾ ਦਾ ਯੋਗ ਹੈ, ਜਿਹਨੇ ਉਹਨੂੰ ਜਨਮ ਦਿੱਤਾ ਹੈ। ਐਸਾ ਸਤਿਗੁਰ ਸੋਈ ਪਾਏ। ਪਰ ਐਸਾ ਸਤਿਗੁਰ ਜੋ ਇਹ ਸਿੱਖਿਆ ਦਿੰਦਾ ਹੈ, ਇਸ ਪਾਸੇ ਤੋਰਦਾ ਹੈ, ਪ੍ਰੇਰਨਾ ਕਰਦਾ ਹੈ, ਇਹ ਉਹਨੂੰ ਹੀ ਮਿਲਦਾ ਹੈ ਜਿਸ ਧੁਰ ਮਸਤਕ ਹਰ ਲਿਖ ਪਾਇਆ। ਜਿਹਦੇ ਧੁਰੋਂ ਹੀ ਅਕਾਲ ਪੁਰਖ ਵਾਹਿਗੁਰੂ ਦੀ ਬਖਸ਼ਿਸ਼ ਹੋਈ ਹੈ, ਉਹਦੇ ਮਸਤਕ ਤੇ ਲੇਖ ਬੰਦਗੀ ਦਾ ਲਿਖਿਆ ਗਿਆ। ਜਨ ਨਾਨਕ ਬਲਹਾਰੀ ਗੁਰ ਆਪਣੇ ਵਿਟੋਂ। ਦਾਸ ਨਾਨਕ ਆਪਣੇ ਗੁਰੂ ਤੋਂ ਬਲਹਾਰ ਜਾਂਦਾ ਹੈ। ਜਿਨ ਭਰਮ ਭੂਲਾ ਮਾਰਗ ਪਾਇਆ, ਜਿਹਨੇ ਭੁੱਲੇ ਹੋਏ ਨੂੰ, ਭਟਕੇ ਹੋਏ ਨੂੰ, ਗਲਤ ਰਾਹ ਪਏ ਹੋਏ ਨੂੰ ਸਿੱਧੇ ਰਾਹ ਤੇ ਪਾ ਦਿੱਤਾ ਹੈ। ਕਹੇ ਨਾਨਕ ਗੁਰ ਪ੍ਰਸਾਦੀ, ਜਿਹੜੀ ਪੌੜੀ ਹੈ, ਜੈਸੀ ਅਗਨੁਦਰ ਮੈਂ ਤੈਸੀ ਬਾਹਰ ਮਾਇਆ, ਮਾਇਆ ਅਗਨ ਸਭ ਇੱਕੋ ਜਿਹੀ ਕਰਤਾ ਖੇਲ ਰਚਾਇਆ। ਜਾ ਤਿਸ ਭਾਣਾ ਤਾਂ ਜੰਮਿਆ, ਪਰਵਾਰ ਭਲਾ ਪਾਇਆ, ਲਿਵ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ, ਅਮਰ ਵਰਤਾਇਆ। ਇਹ ਮਾਇਆ ਜਿਤ ਹਰ ਵਿਸਰੈ, ਮੋਹ ਉਪਜੈ ਭਾਉ ਦੂਜਾ ਲਾਇਆ। ਕਹੇ ਨਾਨਕ ਗੁਰ ਪ੍ਰਸਾਦੀ ਜਿਨਾ ਲਿਵ ਲਾਗੀ। ਗੁਰੂ ਦੀ ਕਿਰਪਾ ਦੁਆਰਾ, ਗੁਰੂ ਦੀ ਬਾਣੀ ਪੜ੍ਹ ਕੇ, ਕਿਰਪਾ ਕਿੱਦਾਂ ਹੁੰਦੀ ਗੁਰੂ ਦੀ ਬਾਣੀ ਨੂੰ ਪੜ੍ਹਿਆ ਜਾਵੇ, ਵਿਚਾਰਿਆ ਜਾਵੇ, ਗੁਰੂ ਨਾਲ ਜੁੜਿਆਂ ਦੀ ਸੰਗਤ ਕੀਤੀ ਜਾਵੇ, ਤੇ ਫਿਰ ਗੁਰੂ ਦੀ ਕਿਰਪਾ ਹੁੰਦੀ ਹੈ। ਜਿਨ੍ਹਾਂ ਲਿਵ ਲੱਗੀ, ਲਿਵ ਲੱਗਦੀ ਹੈ, ਜਿਹਦੀ ਲਿਵ ਲੱਗਦੀ, ਤਿਨੀ ਵਿੱਚੇ ਮਾਇਆ ਪਾਇਆ। ਉਹ ਮਾਇਆ ਦੇ ਵਿੱਚ ਹੀ ਅਕਾਲ ਪੁਰਖ ਪਰਮਾਤਮਾ ਨੂੰ ਪ੍ਰਾਪਤ ਕਰ ਲੈਂਦੇ ਹਨ। ਜਾਗਤ ਰਹੇ ਤਿਨੀ ਪ੍ਰਭ ਪਾਇਆ, ਸ਼ਬਦੇ ਹਉਮੈ ਮਾਰੀ।
ਜਿਨ੍ਹਾਂ ਨੇ ਗੁਰੂ ਦੇ ਸ਼ਬਦ ਦੁਆਰਾ ਆਪਣੀ ਹਉਮੈ ਨੂੰ ਮਾਰ ਲਿਆ ਹੈ, ਉਹ ਫਿਰ ਜਾਗਤ ਰਹੇ, ਉਹ ਜਾਗਦੇ ਰਹਿੰਦੇ ਨੇ, ਚੁਕੰਨੇ ਰਹਿੰਦੇ ਨੇ। ਤਿਨੀ ਪ੍ਰਭ ਪਾਇਆ, ਤੇ ਉਹਨਾਂ ਨਾਲ ਹੀ ਪਰਮਾਤਮਾ ਦੇ ਨਾਲ ਮਿਲਾਪ ਹੁੰਦਾ ਹੈ। ਜਾਗਤ ਰਹੇ ਕਿਉਂਕਿ ਜਿੱਦਾਂ ਸਾਡੀ ਇਹ ਨੀਂਦ ਇੱਕ ਸਰੀਰਕ ਨੀਂਦ ਹੈਗੀ ਹੈ, ਜੋ ਅਸੀਂ ਰੋਜ਼ ਲੈਂਦੇ ਹਾਂ ਤੇ ਉੱਠਦੇ ਹਾਂ, ਇਹ ਸਰੀਰਕ ਕਿਰਿਆ ਹੈ। ਪਰ ਇੱਕ ਨੀਂਦ ਐਸੀ ਹੈ ਮਨ ਦੀ, ਜੋ ਹੋ ਸਕਦਾ ਹੈ ਸਾਲੋਂ ਸਾਲ, ਦਹਾਕਿਆਂ ਦੀ ਮਨ ਸੁੱਤਾ ਰਹਿੰਦਾ ਹੈ। ਤੇ ਮਨ ਦੀ ਨੀਂਦ ਬਾਰੇ ਕਿਹਾ ਹੈ, ਮਨ ਸੋਇਆ ਮਾਇਆ ਬਿਸਮਾਦ। ਜਦੋਂ ਅਸੀਂ ਮਾਇਆ ਦੇ, ਬਹੁਰੰਗੀ ਮਾਇਆ ਤੋਂ ਬਹੁਤ ਜ਼ਿਆਦਾ ਚਕਾਚੌਂਧ ਤੋਂ ਪ੍ਰਭਾਵਿਤ ਹੋ ਜਾਂਦੇ ਹਾਂ, ਐਕਸਾਈਟ ਹੋ ਜਾਂਦੇ ਹਾਂ, ਮੰਤਰਮੁਗਧ ਹੋ ਜਾਂਦੇ ਹਾਂ, ਤੇ ਸਮਝੋ ਮਨ ਮਾਇਆ ਦੇ ਮੂੰਹ ਵਿੱਚ ਸੌਂ ਗਿਆ ਹੈ। ਸੋ ਜਿਹੜੇ ਅਸੀਂ ਰੰਗ ਤਮਾਸ਼ੇ ਦੇਖਦੇ ਹਾਂ, ਮਾਲ ਦੇਖਦੇ ਹਾਂ, ਗੱਡੀਆਂ ਦੇਖਦੇ ਹਾਂ, ਕੋਠੀਆਂ ਦੇਖਦੇ ਹਾਂ, ਹੋਰ ਬੜਾ ਕੁਝ ਦੇਖਦੇ ਹਾਂ, ਕਈ ਰੂਪ ਦੇਖਦੇ ਹਾਂ, ਭਾਂਤ-ਭਾਂਤ ਦੇ ਭੋਜਨ ਦੇਖਦੇ ਹਾਂ, ਭਾਂਤ-ਭਾਂਤ ਦੇ ਕੱਪੜੇ ਦੇਖਦੇ ਹਾਂ, ਗੈਜਟਸ ਦੇਖਦੇ ਹਾਂ। ਜਦੋਂ ਅਸੀਂ ਇਹਨਾਂ ਤੋਂ ਓਵਰ ਐਕਸਾਈਟਿਡ ਹੋ ਜਾਂਦੇ ਹਾਂ, ਤੇ ਮਨ ਦੀ ਨੀਂਦ ਦੀ ਨਿਸ਼ਾਨੀ ਹੈਗੀ ਹੈ। ਜਾਗਣਾ ਕਿਉਂ ਜ਼ਰੂਰੀ ਹੈ? ਸੋ ਜਿਵੇਂ ਸਰੀਰ, ਅਸੀਂ ਫਿਜ਼ੀਕਲ ਲਾਈਫ ਵਿੱਚ ਦੇਖਦੇ ਹਾਂ ਕਿ ਜਦੋਂ ਟੋਏ ਟਿੱਬੇ ਬੜੇ ਹੋਣ, ਰਾਹ ਪੱਧਰਾ ਨਾ ਹੋਵੇ, ਤੇ ਬੰਦੇ ਨੂੰ ਜਾਗਦੇ ਰਹਿਣਾ ਚਾਹੀਦਾ ਹੈ, ਮਤਲਬ ਕਿ ਚੁਕੰਨਾ ਰਹਿਣਾ ਚਾਹੀਦਾ ਹੈ। ਜਿਵੇਂ ਡੂਗਰ ਵਾਟ, ਪਹਾੜੀ ਰਸਤਾ ਹੋਵੇ, ਹਾਂਜੀ, ਜੇ ਪਹਾੜੀ ਰਸਤਾ ਹੋਵੇ ਤੇ ਬੰਦਾ ਸੁੱਤਾ ਹੋਇਆ ਹੋਵੇ, ਤੇ ਬੰਦਾ ਉਹਦੇ ਠੇਡਾ ਲੱਗ ਕੇ ਡਿੱਗ ਜਾਏਗਾ, ਉਹ 4 ਕਦਮ ਵੀ ਨਹੀਂ ਅੱਗੇ ਤੁਰ ਸਕਦਾ। ਸੋ ਇਹ ਡੂਗਰ ਵਾਟ ਹੈਗੀ ਆਤਮਿਕ ਜਗਤ ਵਿੱਚ ਵੀ, ਜਿਹਦੇ ਬਾਰੇ ਭਗਤ ਕਬੀਰ ਜੀ ਕਹਿੰਦੇ, ਸੂਦੇ ਸੂਦੇ ਰੇਂਗ ਚਲੋ ਤੂੰ, ਨਤਰੁਕ ਧੱਕਾ ਦਿਵਈ ਹੈ ਰੇ। ਸੋ ਗੁਰੂ ਦਾ ਸ਼ਬਦ ਜਿਹੜਾ ਹੈ, ਬਾਣੀ ਹੈ, ਉਹ ਸਾਨੂੰ ਜਗਾਉਂਦੀ ਹੈ। ਜਦੋਂ ਬਾਣੀ ਪੜ੍ਹਦੇ ਹਾਂ, ਜਿਹੜੀ ਪਰਸੈਪਸ਼ਨ ਸਾਡੀ ਹਾਲ ਤੱਕ ਬਣੀ ਹੋਈ ਸੀ ਦੁਨੀਆ ਵਿੱਚ ਵਿਚਰਦੇ ਹੋਏ, ਉਹ ਸਾਰੀ ਇੱਕਦਮ ਫਿਰ ਸ਼ੈਟਰ ਹੋਣੀ ਸ਼ੁਰੂ ਹੋ ਜਾਂਦੀ ਹੈ, ਜੇ ਅਸੀਂ ਗੁਰੂ ਦੇ ਸ਼ਬਦ ਤੇ ਆਪਣਾ ਸਿਦਕ ਲੈ ਕੇ ਆਉਂਦੇ ਹਾਂ। ਕਿਉਂਕਿ ਜੋ ਅਸੀਂ ਪੜ੍ਹਿਆ ਸੁਣਿਆ, ਜਿੱਦਾਂ ਸਾਡੀ ਘਾੜਤ ਘੜੀ ਹੋਈ ਹੈ, ਟੀਵੀ ਦੇਖਦੇ ਹੋਏ, ਅਖਬਾਰਾਂ ਪੜ੍ਹਦੇ ਹੋਏ, ਦੋਸਤਾਂ ਮਿੱਤਰਾਂ ਨਾਲ ਗੱਲਾਂ ਕਰਦੇ ਹੋਏ, ਸੁਣਦੇ ਹੋਏ, ਉਹ ਸਾਡਾ ਇੱਕ ਵਿਊ ਪਰਸੈਪਸ਼ਨ ਬਣ ਚੁੱਕੀ ਹੈ। ਪਰ ਗੁਰੂ ਦੀ ਬਾਣੀ ਤਾਂ ਕਦੀ ਪੜ੍ਹੀ, ਜਦੋਂ ਗੁਰੂ ਦੀ ਬਾਣੀ ਪੜ੍ਹਦੇ ਹਾਂ ਕਹਿੰਦੇ ਹੈ ਇਸ ਤਰ੍ਹਾਂ, ਉਹ ਬਿਲਕੁਲ ਇੱਕ ਨਵੀਂ ਦੁਨੀਆ, ਦੂਜੀ ਦੁਨੀਆ, ਦੂਜਾ ਪਰਸੈਪਸ਼ਨ ਸਾਨੂੰ ਨਜ਼ਰ ਆਉਂਦਾ ਹੈ, ਤੇ ਫਿਰ ਸਾਡਾ ਮਨ ਜਾਗਦਾ ਹੈ। ਸੋ ਇਸ ਤਰ੍ਹਾਂ ਜਿਹੜੇ ਚੁਕੰਨੇ ਹੋ ਜਾਂਦੇ ਨੇ, ਜਾਗਦੇ ਨੇ, ਉਹ ਕਹਿੰਦੇ ਨਾ, ਸੋ ਜਾਗੇ ਸੇ ਉਬਰੇ ਸੁਤੇ ਗਏ ਮੁਹਾਏ, ਸੋ ਉਬਰੇ, ਜੋ ਜਾਗੇ ਸੋ ਉਬਰੇ ਸੁਤੇ ਗਏ ਮੁਹਾਏ। ਜਿਹੜੇ ਸੁੱਤੇ ਰਹਿ ਗਏ ਉਹ ਠੱਗੇ ਜਾਂਦੇ ਨੇ, ਜਿਹੜੇ ਜਾਗ ਜਾਂਦੇ ਨੇ ਗੁਰੂ ਦੇ ਸ਼ਬਦ ਦੁਆਰਾ, ਉਹ ਫਿਰ ਉਹ ਉਭਰ ਜਾਂਦੇ ਨੇ, ਬਚ ਜਾਂਦੇ ਨੇ। ਕਹਿੰਦੇ ਗਿਰਹੀ ਮੈਂ ਸਦਾ ਹਰ ਜਨ ਉਦਾਸੀ, ਗਿਆਨ ਤਤ ਵਿਚਾਰੀ। ਗਿਆਨ ਤਤ ਮਾਨੇ ਅਸਲੀ ਗਿਆਨ, ਜੀਵਨ ਦਾ ਤੱਤ, ਜੋ ਜੀਵਨ ਦਾ ਜ਼ਿੰਦਗੀ ਜੀਵਨ ਦਾ ਅਸਲੀ ਗਿਆਨ ਹੈ, ਉਹਦੇ ਉਹ ਵਿਚਾਰਵਾਨ ਬਣ ਜਾਂਦੇ ਨੇ। ਤੇ ਇੱਦਾਂ ਵਿਚਾਰਵਾਨ ਬਣ ਕੇ ਉਹ ਫਿਰ ਆਪਣੇ ਗਿਰੀ ਹੁੰਦੇ ਹੋਏ ਵੀ ਹਰੀ ਦਾ ਜਨ ਜਿਹੜਾ ਹੈ ਉਦਾਸੀ ਬਣ ਕੇ ਰਹਿੰਦਾ ਹੈ। ਸਤਿਗੁਰ ਸੇਵ ਸਦਾ ਸੁਖ ਪਾਇਆ, ਹਰ ਰਾਖਿਆ ਉਰਤਾਰੀ। ਸਤਿਗੁਰੂ ਦੀ ਸੇਵਾ ਵਿੱਚ ਜੁਟ ਕੇ, ਸਤਿਗੁਰੂ ਦੀ ਬਾਣੀ ਨਾਲ ਜੁੜ ਕੇ, ਉਹਨਾਂ ਨੂੰ ਸਦੀਵੀ ਆਤਮਿਕ ਆਨੰਦ ਪ੍ਰਾਪਤ ਹੁੰਦਾ ਹੈ, ਅਤੇ ਉਹ ਹਰੀ ਪਰਮਾਤਮਾ ਨੂੰ ਆਪਣੇ ਹਿਰਦੇ ਵਿੱਚ ਹਮੇਸ਼ਾ ਟਿਕਾ ਕੇ ਰੱਖਦੇ ਹਨ। ਜਿਸ ਹਰ ਸੇਵਾ ਲਾਏ ਸੋਈ ਜਨ ਲਾਗੈ। ਇਹ ਬੜੀ ਇੰਪੋਰਟੈਂਟ ਗੱਲ ਹੈ। ਅਕਾਲ ਪੁਰਖ ਦੀ ਕਿਰਪਾ ਤੋਂ ਬਿਨਾਂ ਕੁਝ ਵੀ ਸੰਭਵ ਨਹੀਂ ਹੈ। ਅਸੀਂ ਸਾਰੇ ਕਰਦੇ ਹਾਂ, ਸੰਗਤ ਕਰਦੇ ਹਾਂ, ਕਹਿੰਦੇ ਨਾ, ਆਵੋ ਸਿੱਖ ਸਤਿਗੁਰ ਕੇ ਪਿਆਰਿਓ, ਗਾਵੋ ਸੱਚੀ ਬਾਣੀ, ਬਾਣੀ ਤਾਂ ਗਾਵੋ ਗੁਰੂ ਕੇਰੀ, ਬਾਣੀਆਂ ਸਿਰ ਬਾਣੀ। ਫਿਰ ਅੱਗੇ ਕਹਿੰਦੇ ਜਿਨ ਕੋ ਨਦਰ ਕਰਮ ਹੋਵੇ, ਹਿਰਦੇ ਤੇ ਨਾ ਸਮਾਣੀ। ਜੇ ਤੇ ਨਦਰ ਹੁੰਦੀ ਹੈ ਹਿਰਦੇ ਵਿੱਚ, ਫਿਰ ਉਹਦੇ ਹੀ ਸਮਾਉਂਦੀ ਹੈ। ਸੁਣਦੇ ਬਹੁਤ ਸਾਰੇ ਨੇ। ਸੋ ਇਸ ਗੱਲ ਦਾ ਖਿਆਲ ਰੱਖਣਾ ਚਾਹੀਦਾ ਹੈ ਕਿ ਸਾਨੂੰ ਚਰਨਾਂ ਵਿੱਚ ਵਾਹਿਗੁਰੂ ਦੇ ਅਰਦਾਸ ਕਰਦੇ ਰਹਿਣੀ ਚਾਹੀਦੀ ਹੈ, ਕਿਉਂਕਿ ਜਨਮ ਜਨਮ ਤੀਸ ਮਨ ਕੋਮਲ ਲਾਗੀ, ਕਾਲਾ ਹੋਆ ਸਿਆ। ਇਹ ਹਾਲਤ ਹੈ ਕਿ ਮਨ ਦਾ ਢੀਠਤਾ ਜਿਹੜੀ ਹੈ ਉਹ ਜਾਂਦੀ ਨਹੀਂ ਹੈਗੀ। ਸੋ ਜਿਸ ਹਰ ਸੇਵਾ ਲਾਏ ਸੋਈ ਜਨ ਲਾਗੇ, ਉਹੀ ਜਨ ਸੇਵਾ ਵਿੱਚ ਲੱਗਦਾ ਹੈ ਜੇਤੇ ਵਾਹਿਗੁਰੂ ਕਿਰਪਾ ਕਰਦਾ ਹੈ। ਗੁਰ ਕੈ ਸ਼ਬਦ ਭਰਮ ਕੋ ਭਾਗੈ। ਗੁਰੂ ਦੀ ਸ਼ਬਦ ਦੀ ਬਰਕਤ ਦੇ ਨਾਲ ਸਾਰੀ ਭਟਕਣਾ, ਸਾਰੇ ਡਰ ਦੂਰ ਹੋ ਜਾਂਦੇ ਹਨ। ਵਿੱਚੇ ਗ੍ਰਹਿ ਸਦਾ ਰਹੇ ਉਦਾਸੀ। ਉਹ ਗ੍ਰਹਿ ਦੇ ਵਿੱਚ ਵੀ ਰਹਿੰਦੇ ਹੋਏ ਹਮੇਸ਼ਾ ਉਦਾਸੀ ਰਹਿੰਦੇ ਨੇ। ਜਿਉ ਕਮਲ ਰਹਿ ਵਿੱਚ ਪਾਣੀ ਹੈ, ਜਿਵੇਂ ਪਾਣੀ ਦੇ ਵਿੱਚ ਕਮਲ ਨਿਰਲੇਪ ਰਹਿੰਦਾ ਹੈ। ਹੁਣ ਦੇਖੋ, ਵੈਸੇ ਤੇ ਦੇਖਿਆ ਜਾਏ, ਜਦੋਂ ਅਸੀਂ ਗੁਰਬਾਣੀ ਪੜ੍ਹਦੇ ਹਾਂ, ਚਲੋ ਮੈਂ ਅੱਗੇ ਇੱਕ ਹੋਰ ਪੰਕਤੀ ਹੈਗੀ, ਫਿਰ ਉਦੋਂ ਇਹ ਵਾਲੀ ਗੱਲ ਕਰਾਂਗੇ। ਕਹਿੰਦੇ ਹਰ ਕੇ ਭਗਤ ਸਦਾ ਸੁਖਵਾਸੀ। ਜਿਹੜੇ ਭਗਤ ਹੁੰਦੇ ਨੇ ਉਹ ਹਮੇਸ਼ਾ ਹੀ ਉਹਨਾਂ ਦਾ ਵਾਸਾ ਸੁੱਖਾਂ ਵਿੱਚ ਹੁੰਦਾ ਹੈ। ਉਹਨਾਂ ਦੀ ਜ਼ਿੰਦਗੀ 'ਚ ਕਦੀ ਉਲਾਮੇ, ਕੰਪਲੇਂਟਸ, ਰੋਂ ਨਹੀਂ ਹੁੰਦੀ। ਭਗਤੀ ਕਰਨ ਵਾਲਿਆਂ ਦੀ ਇਹੀ ਨਿਸ਼ਾਨੀ ਹੈ ਕਿ ਗੁਰੂ ਸਾਹਿਬ ਕਹਿੰਦੇ ਜਪਜੀ ਸਾਹਿਬ 'ਚ, ਨਾਨਕ ਭਗਤਾਂ ਸਦਾ ਵਿਗਾਸ। ਇਹ ਨਾਨਕ ਭਗਤ ਤੇ ਹਮੇਸ਼ਾ ਖਿੜੇ ਮੱਥੇ ਰਹਿੰਦੇ ਨੇ। ਔਰ ਖਿੜੇ ਮੱਥੇ ਇਸ ਤਰ੍ਹਾਂ ਕਿ ਜੇ ਰਾਜ ਬਹਾਲੇ,
ਤਾਂ ਹਰ ਗੁਲਾਮ ਜੇ ਭਗਤ ਨੂੰ ਵਾਹਿਗੁਰੂ ਰਾਜ ਸਿੰਘਾਸਨ ਤੇ ਬਿਠਾ ਦੇਵੇ ਤੇ ਉਹ ਫਿਰ ਵੀ ਹਰੀ ਦਾ ਗੁਲਾਮ ਹੀ ਰਹਿੰਦਾ। ਉਹ ਹਉਮੈ ਦਾ ਸ਼ਿਕਾਰ ਨਹੀਂ ਹੁੰਦਾ। ਘਾਸੀ ਕੋ ਹਰਨਾਮ ਕਢਾਈ, ਤੇ ਜਿਹਨੂੰ ਘਾਹ ਖੋਦਣ ਵਾਲਾ ਬਣਾ ਦੇ ਫਿਰ ਵੀ ਉਹਦੇ ਮੂੰਹ ਵਿੱਚੋਂ ਪਰਮਾਤਮਾ ਦਾ ਨਾਮ ਹੀ ਨਿਕਲਦਾ ਹੈ। ਉਹ ਦੋਨੋਂ ਅਵਸਥਾਵਾਂ ਦੇ ਵਿੱਚ ਜੇ ਸੁਖ ਦੇ ਤਾਂ ਤੁਝੇ ਅਰਾਧੀ, ਦੁੱਖ ਵੀ ਤੁਝੇ ਧਿਆਈ, ਇਸ ਤਰ੍ਹਾਂ ਹੋ ਜਾਂਦਾ। ਕਹਿੰਦੇ ਹਰ ਕੇ ਭਗਤ ਸਦਾ ਸੁਖਵਾਸੀ, ਬਾਲ ਸੁਭਾਏ। ਬਾਲ ਸੁਭਾਏ ਬੱਚਿਆਂ ਵਾਲਾ ਸੁਭਾਅ ਹੋ ਜਾਂਦਾ। ਪਾਇਓ ਬਾਲ ਬੁੱਧ ਸੁਖਰੇ, ਅਰਥਾਤ ਉਹਨਾਂ ਦੇ ਹਿਰਦੇ ਵਿੱਚੋਂ ਵਿਤਕਰਾ, ਵੈਰ ਭਾਵਨਾ, ਛਲ ਕਪਟ, ਇਹ ਚੀਜ਼ ਉੱਡ ਪੁੱਡ ਜਾਂਦੀ ਹੈ। ਉਹ ਫਿਰ ਚੁਸਤੀਆਂ ਚਲਾਕੀਆਂ ਛੱਡ ਦਿੰਦੇ ਨੇ। ਅਤੀਤ ਉਦਾਸੀ, ਉਹ ਤਿਆਗੀ ਬਣ ਜਾਂਦੇ ਨੇ। ਜਿਗਰਾ ਬੜਾ ਵੱਡਾ ਹੋ ਜਾਂਦਾ ਹੈ, ਦਿਲ ਬੜਾ ਵੱਡਾ ਹੋ ਜਾਂਦਾ ਹੈ। ਉਦਾਸੀ ਤੇ ਨਿਰਲੇਪ ਹੋ ਜਾਂਦੇ ਨੇ। ਅਨੇਕ ਰੰਗ ਕਰੇ ਬਹੁ ਭਾਂਤੀ, ਜਿਉ ਪਿਤਾ ਪੂਤ ਲਡਾਇਂਦਾ। ਜਿਵੇਂ ਇੱਕ ਬੱਚਾ, ਇੱਕ ਪੁੱਤਰ ਆਪਣੇ ਪਿਓ ਦੀ ਗੋਦ ਵਿੱਚ ਖਿੜ ਕੇ ਹੱਸਦਾ ਹੈ, ਖੇਡਦਾ ਹੈ, ਲਾਡ ਲੜਾਉਂਦਾ ਪਿਓ, ਇਸੇ ਤਰ੍ਹਾਂ ਅਕਾਲ ਪੁਰਖ ਵਾਹਿਗੁਰੂ ਦੀ ਗੋਦ ਵਿੱਚ ਉਹ ਰੰਗ ਹੱਸੇ ਰੰਗ ਰੋਵੇ, ਚੁੱਪ ਵੀ ਕਰ ਜਾਏ। ਸੋ ਉਹਦੀ ਗੋਦ ਵਿੱਚ ਕਈ ਰੰਗਾਂ ਦੇ ਨਾਲ, ਕਈ ਢੰਗਾਂ ਦੇ ਨਾਲ ਉਹ ਖੁਸ਼ ਰਹਿੰਦੇ ਨੇ, ਖੇਡਾਂ ਖੇਡਦੇ ਨੇ, ਵਾਹਿਗੁਰੂ ਦੀਆਂ ਜੋ ਤਮਾਸ਼ਿਆਂ ਨੂੰ ਦੇਖ ਕੇ ਉਹ ਖੁਸ਼ ਹੁੰਦੇ ਨੇ। ਸਗਲ ਸੰਗ ਆਤਮ ਉਦਾਸ, ਐਸੀ ਜੁਗਤ ਨਾਨਕ ਰਾਮਦਾਸ। ਰਾਮਦਾਸ ਇੱਕ ਫਿਕਰਾ ਵੀ ਹੈ, ਇੱਕ ਫਿਰਕਾ ਵੀ ਹੈਗਾ, ਜਿਹੜਾ ਜਿੱਦਾਂ ਗੁਰੂ ਸਾਹਿਬ ਨੇ ਸੁਖਮਨੀ ਸਾਹਿਬ ਜ਼ਿਕਰ ਕੀਤਾ, ਜਿੱਦਾਂ ਵੀ ਉਹ ਵੀ ਹੁੰਦੇ ਸੀਗੇ ਜਿਹੜੇ ਕਹਿੰਦੇ ਨੇ ਪਰਸ, ਫਿਰ ਰਾਮਦਾਸ ਜਾਂ ਉਹਨਾਂ ਦਾ ਜ਼ਿਕਰ ਆਇਆ। ਤੇ ਹੁਣ ਰਾਮਦਾਸ ਜਿਹੜੇ ਕਿ ਉਹ ਬੰਦਗੀ ਕਰਨ ਵਾਲੇ ਇੱਕ ਟੋਲਾ ਹੁੰਦਾ ਸੀਗਾ। ਪਰ ਗੁਰੂ ਸਾਹਿਬ ਕਹਿੰਦੇ ਸਗਲ ਸੰਗ ਆਤਮ ਉਦਾਸ, ਅਰਥਾਤ ਜਿਹੜਾ ਰਾਮ ਦਾ ਦਾਸ ਹੁੰਦਾ ਹੈ ਅਸਲੀ, ਜਿਹੜਾ ਰਾਮ ਨੂੰ ਆਪਣੇ ਆਪ ਨੂੰ ਰਾਮਦਾਸ ਅਖਵਾਉਂਦਾ ਹੈ, ਉਹਦੀ ਜੁਗਤ ਕਿਹੋ ਜਿਹੀ ਹੁੰਦੀ ਹੈ? ਹੇ ਨਾਨਕ, ਉਹਦੀ ਜੁਗਤ ਇਹੋ ਜਿਹੀ ਹੈ ਕਿ ਸਗਲ ਸੰਗ, ਉਹ ਸਾਰਿਆਂ ਦੇ ਨਾਲ ਰਹਿੰਦਾ ਹੈ। ਉਹਦੀ ਪਤਨੀ ਵੀ ਹੈ ਜਾਂ ਪਤੀ ਵੀ ਹੈ, ਤੇ ਧੀਆਂ ਪੁੱਤ ਵੀ ਨੇ, ਰਿਸ਼ਤੇਦਾਰ ਵੀ ਨੇ, ਕਬੀਲਦਾਰੀਆਂ, ਸਾਰੀਆਂ ਆਪਣੀ ਪਰਿਵਾਰਕ ਜ਼ਿੰਮੇਵਾਰੀਆਂ ਵੀ ਨਿਭਾਉਂਦਾ ਹੈ। ਪਰ ਅੰਤਰ ਆਤਮੇ ਉਹ ਇਹਨਾਂ ਸਾਰਿਆਂ ਤੋਂ ਨਿਰਲੇਪ ਰਹਿੰਦਾ ਹੈ। ਇਹਦੇ ਬਾਰੇ ਇੱਕ ਬੜਾ ਸ਼ਬਦ ਵੀ ਹੈ ਗੁਰੂ ਸਾਹਿਬ ਦਾ, ਜਿੱਦਾਂ ਸਾਚ ਨਾਮ ਮੇਰਾ ਮਨ ਲਾਗਾ, ਲੋਗਨ ਸਿਉ ਮੇਰਾ ਠਾਠਾ ਬਾਗਾ, ਬਾਹਰ ਸੂਤ ਸਗਲ ਸਿਉ ਮੋਲਾ, ਅਲਿਪਤ ਰਹੂੰ ਜੈਸੇ ਜਲ ਮੈਂ ਕੋਲਾ, ਮੁੱਕੀ ਬਾਤ ਸਗਲ ਸਿਉ ਕਰਤਾ, ਜੀ ਸੰਗ ਪ੍ਰਭ ਆਪਣਾ ਤਰਤਾ। ਤੇ ਮੁਖ ਤੋਂ ਤੇ ਮੈਂ ਗੱਲਾਂ ਕਰਦਾ ਸਾਰਿਆਂ ਨਾਲ, ਮੇਰੀ ਸਾਰੀ ਡੀਲਿੰਗਸ ਹੁੰਦੀਆਂ, ਪਰ ਮੇਰੇ ਹਿਰਦੇ ਅੰਦਰ ਮੇਰਾ ਅਕਾਲ ਪੁਰਖ ਵਾਹਿਗੁਰੂ ਹੀ ਵਸਿਆ ਹੋਇਆ ਹੈ। ਸੋ ਮਾਇਆ ਮੈਂ ਜਿਸ ਰੱਖੇ ਉਦਾਸ, ਕਹਿ ਕਬੀਰ ਹੋਂ ਤਾਂ ਕੋ ਦਾਸ। ਕਿੰਨੀ ਰੁਤਬਾ ਗ੍ਰਸਥ ਧਰਮ ਦਾ ਕਿੰਨਾ ਵੱਡਾ ਹੈ। ਕਹਿੰਦੇ ਜਿਸ ਕਿਸੇ ਮਨੁੱਖ ਨੂੰ ਵਾਹਿਗੁਰੂ ਮਾਇਆ ਦੇ ਵਿੱਚ ਰੱਖ ਕੇ ਵੀ ਮਾਇਆ ਤੋਂ ਉਦਾਸ ਰੱਖਦਾ ਹੈ, ਕਬੀਰ ਆਖਦਾ ਕਿ ਮੈਂ ਉਹਦਾ ਦਾਸ ਹਾਂ। ਅੱਗੇ ਕਹਿੰਦੇ ਜਪ ਮਨ ਰਾਮ ਨਾਮ ਪ੍ਰਗਾਸ, ਹੇ ਮੇਰੇ ਮਨਾ ਪਰਮਾਤਮਾ ਦਾ ਨਾਮ ਜਪਿਆ ਕਰ, ਜ਼ਰੂਰ ਜਪਿਆ ਕਰ। ਇਹਦੇ ਨਾਲ ਕੀ ਹੋਏਗਾ? ਪ੍ਰਕਾਸ਼ ਹੋ ਜਾਏਗਾ, ਤੈਨੂੰ ਆਤਮਿਕ ਜੀਵਨ ਦੀ ਸੋਝੀ ਹੋ ਜਾਏਗੀ। ਹਰ ਕੇ ਸੰਤ ਮਿਲ ਪ੍ਰੀਤ ਲਗਾਨੀ, ਵਿਚੇ ਗ੍ਰਹਿ ਉਦਾਸ। ਜਿਹੜੇ ਮਨੁੱਖ ਹਰੀ ਦੇ ਸੰਤਾਂ ਨੂੰ ਮਿਲਦੇ ਨੇ, ਅਰਥਾਤ ਗੁਰਮੁਖਾਂ ਦੇ ਨਾਲ ਸੰਗਤ ਬਣਾਈ ਰੱਖਦੇ ਨੇ, ਫਿਰ ਸਹਿਜੇ ਸਹਿਜੇ ਕਹਿੰਦੇ ਰੰਗ ਲਾਗਤ 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 ਹੈ, ਉਹਨਾਂ ਦੀ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਨਾਲ ਪ੍ਰੀਤ ਲੱਗ ਜਾਂਦੀ ਹੈ। ਤੇ ਜਦੋਂ ਪ੍ਰੀਤ ਉਸ ਪਾਸੇ ਲੱਗਦੀ ਹੈ, ਉਹ ਕਹਿੰਦੇ ਗੋਬਿੰਦ 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 ਸੰਗਰਾਮ ਦਿਓ, ਨਾਮ ਦਿਓ ਮਨ ਲੀਨਾ, ਹਨਾ, ਆੜ ਦਾਮ ਕੋ ਛਿਪਰੋ ਹੋਇਓ ਲਾਖੀਨਾ। ਸੋ ਪ੍ਰੀਤ ਜਿਹੜੀ ਮਾਇਆ ਤੋਂ ਹਟ ਕੇ ਅਕਾਲ ਪੁਰਖ ਨਾਲ ਲੱਗ ਜਾਂਦੀ, ਤੇ ਵਿੱਚੇ ਗ੍ਰਹਿ ਉਦਾਸ। ਸੋ ਫਿਰ ਗ੍ਰਹਿ ਵਿੱਚ, ਘਰ ਵਿੱਚ ਰਹਿੰਦੇ ਹੋਏ ਵੀ ਉਦਾਸ ਹੋ ਜਾਂਦੇ ਹਨ। ਫਿਰ ਚਿਤ ਥਿਰ ਹਾਂ, ਇਹ ਮੇਰੀ ਇਹ ਜਿਹੜਾ ਹਾਂ ਇਹ ਜਿਹੜਾ ਹੈ, ਇਹ ਕਾਵਿ ਸ਼ੈਲੀ ਦਾ ਇੱਕ ਰੂਪ ਹੈ। ਇਹਦੇ ਬਾਰੇ ਮੈਂ ਜ਼ਿਆਦਾ ਨਹੀਂ ਜਾਣਦਾ, ਤੁਕਬੰਦੀ ਜਾਂ ਇਹਨੂੰ ਕਿਹੜਾ ਰੂਪ ਕਵਾਂਗੇ ਕਾਵਿ ਸ਼ੈਲੀ ਦਾ, ਇਹਦੇ ਬਾਰੇ ਮੈਂ ਨਹੀਂ ਜਾਣਦਾ। ਇਹ ਸੰਬੋਧਨ ਹੈ, ਗੁਰੂ ਸਾਹਿਬ ਸੰਬੋਧਨ ਕਰ ਰਹੇ ਨੇ ਸਖੀ ਨੂੰ, ਸਤਸੰਗੀ ਸਖੀ ਨੂੰ, ਕਿ ਹੇ ਸਤਸੰਗੀ ਸਖੀ, ਥਿਰ ਥਿਰ ਚਿਤ ਥਿਰ ਹਾਂ, ਆਪਣੇ ਚਿੱਤ ਨੂੰ ਸਥਿਰ ਕਰ ਲੈ, ਅਡੋਲ ਕਰ ਲੈ, ਅਡੋਲ ਕਰ ਲੈ। ਤੇ ਅਡੋਲ ਇਸ ਢੰਗ ਨਾਲ ਕਰ, ਬਨ ਗ੍ਰਹਿ ਸੰਸਰ ਹਾਂ। ਬਨ ਮੈਨੇ ਜੰਗਲ, ਗ੍ਰਹਿ ਮੈਨੇ ਘਰ, ਬਨ ਗ੍ਰਹਿ ਸੰਸਰ ਹਾਂ। ਤੇ ਇਸ ਢੰਗ ਨਾਲ ਅਡੋਲ ਕਰ ਲੈ ਕਿ ਤੈਨੂੰ ਜੰਗਲ ਤੇ ਘਰ ਇੱਕੋ ਜਾਪੇ। ਹੁਣ ਮੈਂ ਪੜ੍ਹ ਕੇ ਸੁਣਾ ਰਿਹਾ, ਤੁਸੀਂ ਸੁਣ ਰਹੇ ਹੋ, ਪਰ ਇੰਨਾ ਸੌਖਾ ਨਹੀਂ। ਤੁਸੀਂ ਇਮੇਜਿਨ ਕਰੋ, ਜੰਗਲ ਦੇ ਵਿੱਚ ਏਸੀ ਨਹੀਂ ਹੁੰਦਾ, ਜੰਗਲ ਵਿੱਚ ਵੈਸਟਰਨ ਟਾਇਲਟ ਵੀ ਨਹੀਂ ਹੁੰਦੀ, ਗੀਜ਼ਰ ਵੀ ਨਹੀਂ ਹੁੰਦਾ, ਮੈਟਰਸ ਵੀ ਨਹੀਂ ਹੁੰਦਾ। ਕੀ ਕਦੀ ਅਸੀਂ ਸੋਚ ਸਕਦੇ ਹਾਂ ਕਿ ਕਦੀ ਉਸ ਅਵਸਥਾ 'ਚ ਅਸੀਂ ਰਹਿ ਸਕਦੇ ਹਾਂ? ਮੈਨੂੰ ਬਹੁਤ ਸਾਲ ਪਹਿਲੇ ਵਾਹਿਗੁਰੂ ਦੀ ਕਿਰਪਾ ਹੋਈ, ਮੈਂ ਮਤਲਬ ਕਿਰਪਾ ਇਹਦਾ ਮੈਂ ਜਿੱਦਾਂ ਕਹਿੰਦਾ ਨਾ ਵੀ ਕੁਛ ਬੰਦੇ ਦੂਜਿਆਂ ਤੋਂ ਵੀ ਸਿੱਖਦੇ ਨੇ। ਬਹੁਤ ਪੁਰਾਣੀ ਗੱਲ ਹੈ,
ਤੇ ਕਿਸੇ ਨਾਲ ਗੱਲ ਹੋਈ ਤੇ ਕਿਹਾ ਜੀ ਉੱਥੇ ਜੂਨ 'ਚ ਨਾ ਕੈਂਪ ਲੱਗਾ ਹੈ। ਹੁਣ ਜੂਨ ਤੁਹਾਨੂੰ ਪਤਾ ਜੇਠ ਹਾੜ ਦੇ ਮਹੀਨੇ ਕਿੰਨੀ ਗਰਮੀ ਹੁੰਦੀ ਹੈ। ਤੇ ਉਹ ਕਹਿੰਦੇ ਨਹੀਂ ਨਹੀਂ ਭਾਈ ਸਾਹਿਬ, ਆਪਾਂ ਤੇ ਯਾਰ ਹੁਣ ਏਸੀ 'ਚ ਰਹਿਣ ਗਿੱਜ ਗਏ ਹਾਂ, ਜੂਨ ਮਹੀਨੇ 'ਚ ਆਪਾਂ ਕੈਂਪ ਦੀ ਡਿਊਟੀ ਨਹੀਂ ਦੇ ਸਕਦੇ। ਉਹਦੇ ਮੇਰੇ ਕੰਨ ਖੜੇ ਹੋ ਗਏ ਅੱਜ ਤੋਂ 15-20 ਸਾਲ ਪਹਿਲੇ। ਤੇ ਮੈਂ ਕਿਹਾ ਯਸ਼ਪਾਲ ਸਿੰਘ, ਤੂੰ ਇਸ ਬਾਰੇ ਚੁਕੰਨਾ ਰਹੀ, ਤੂੰ ਇਹ ਆਦਤ ਨਾ ਆਪਣੀ, ਕਿਉਂਕਿ ਮੈਂ ਹਾਲੇ ਵੀ ਜੂਨ ਕੈਂਪਾਂ ਵਿੱਚ ਜਾਂਦਾ, ਉੱਥੇ ਏਸੀ ਨਹੀਂ ਹੁੰਦਾ। ਸੋ ਵਾਹਿਗੁਰੂ ਨੇ ਬਚਾ ਲਿਆ। ਸੋ ਇਹ ਜਿਹੜੀ ਚੀਜ਼ਾਂ ਨੇ, ਜਦੋਂ ਅਸੀਂ, ਮੈਂ ਦੇਖਿਆ ਬਹੁਤ ਜ਼ਿਆਦਾ ਸੁੱਖ ਰਹਿਣੇ ਹੋ ਜਾਂਦੇ ਹਾਂ ਤੇ ਫਿਰ ਇਹ ਦੁੱਖ ਦਾਰੂ ਸੁੱਖ ਰੋਗ ਪਿਆ। ਮੈਂ ਸਮਝਦਾ ਜਿਹੜਾ ਬੰਦਾ ਅਗਰ ਪੁੱਛੇ ਇਨੀਸ਼ੀਅਲ ਸਟੇਜ ਤੇ, ਕੋਈ ਪੁੱਛੇ ਕਿ ਵਿਵੇਕ ਕੀ ਹੁੰਦਾ ਹੈ, ਮਤਲਬ ਕਿ ਇਹ ਬਹੁਤ ਟਿਪ ਆਫ ਦੀ ਆਈਸਬਰਗ ਹੈਗਾ। ਮੈਂ ਕਹਿ ਰਿਹਾ ਵੀ ਜਦੋਂ ਕੋਈ ਨਵੀਂ ਚੀਜ਼ ਆਉਂਦੀ ਹੈ, ਸਾਇੰਸ ਦੀ ਕਾਢ ਆਉਂਦੀ ਹੈ, ਜੋ ਸਾਡੇ ਜੀਵਨ ਨੂੰ ਕੰਫਰਟ ਦਿੰਦੀ ਹੈ, ਸੁੱਖ ਦਿੰਦੀ ਹੈ, ਤੇ ਵੀ ਸ਼ੁਡ ਨਾਟ ਗੋ ਓਵਰਬੋਰਡ। ਅਸੀਂ ਇੱਕੋ ਦਮ ਮੁਲਾਰ ਵਿੱਚ ਆ ਜਾਂਦੇ ਹਾਂ, ਅਸੀਂ ਉਸ ਚੀਜ਼ ਦੇ ਇੰਨੇ ਜ਼ਿਆਦਾ ਅਧੀਨ ਹੋ ਜਾਂਦੇ ਹਾਂ, ਉਹਦੇ ਇੰਨੇ ਆਦੀ ਹੋ ਜਾਂਦੇ ਹਾਂ ਕਿ ਜਦੋਂ ਉਹ ਚੀਜ਼ ਸਾਡੇ ਕੋਲ ਨਾ ਹੋਵੇ, ਸਾਡੇ ਤੋਂ ਖੁਸ਼ ਜਾਏ, ਤੇ ਸਾਡੀ ਫਿਰ ਬਹੁਤ ਬੁਰੀ ਹਾਲਤ ਹੁੰਦੀ ਹੈ। ਮੈਂ ਦੇਖਿਆ ਲੋਕੀ ਜਿਹੜਾ ਗੀਜ਼ਰ ਹੀ ਹੈ, ਉਹ ਪਾਣੀ ਕੋਸਾ ਨਹੀਂ ਕਰਦੇ, ਬਹੁਤ ਗਰਮ ਕਰਕੇ ਪਿੰਡੇ ਤੇ ਪਾਈ ਜਾਂਦਾ। ਮੈਡੀਕਲੀ ਵੀ ਗਲਤ ਹੈਗਾ। ਏਸੀ ਬਹੁਤ ਜ਼ਿਆਦਾ ਠੰਡਾ ਕਰ ਲੈਣੇ, ਫਿਰ ਕੰਬਲ ਲੈਣਗੇ, ਉਹ ਵੀ ਮੈਡੀਕਲੀ ਵੀ ਗਲਤ ਹੈਗਾ, ਤੇ ਗੁਰਮਤ ਦੇ ਵੀ ਉਲਟ ਹੈਗਾ। ਤੇ ਇਹੋ ਜਿਹਾ ਬੰਦਾ ਫਿਰ ਇਹੋ ਜਿਹੇ ਸਿਚੁਏਸ਼ਨ ਵਿੱਚ, ਹੁਣ ਗੁਰੂ ਸਾਹਿਬ ਨੇ ਤਾਂ ਸਾਨੂੰ ਸੰਤ ਸਿਪਾਹੀ ਬਣਾਇਆ। ਮਤਲਬ ਕਿ ਅਸੀਂ ਕਹਿੰਦੇ ਤੇ ਹਾਂ ਵੀ ਉਹ ਆਪਣਾ ਨਵਾਬ ਕਪੂਰ ਸਿੰਘ ਨੇ ਘੋੜੇ ਦੀ ਲਿੱਦਾਂ ਚੱਕੀਆਂ ਤੇ ਫਲਾਣੇ ਬੰਦੇ ਨੇ ਇਹ ਲੰਗਰ ਦੀ ਸੇਵਾ ਕੀਤੀ ਹੈ। ਪਰ ਅਸੀਂ ਅੱਜ ਆਪਣੇ ਆਪ ਨੂੰ ਦੇਖੀਏ ਕਿ ਕਈ ਵਾਰ ਤਾਂ ਇੱਦਾਂ ਲੱਗਦਾ ਕਿ ਅਸੀਂ ਵੀ ਬਹੁਤ ਜ਼ਿਆਦਾ ਸੁੱਖ ਰਹਿਣੇ ਹੋ ਗਏ ਹਾਂ, ਤੇ ਉਸ ਤਰ੍ਹਾਂ ਦੀ ਜਿਹੜੀ ਹੱਥੀ ਸੇਵਾ ਜਿਹੜਾ ਨਾ, ਉਹਦੇ ਅਸੀਂ ਆਪਣੇ ਆਪ ਨੂੰ ਯੋਗ ਰੱਖਿਆ ਨਹੀਂ ਹੋਇਆ। ਸੋ ਬਨ ਗ੍ਰਹਿ ਸੰਸਰ ਹਾਂ, ਇਹ ਮੰਨ ਕੇ ਚੱਲੋ। ਔਰ ਮੈਂ ਸਮਝਦਾ ਇਹਦਾ ਸਭ ਤੋਂ ਸੌਖਾ ਤਰੀਕਾ ਤਾਂ ਇਹ ਹੈ ਕਿ ਅਸੀਂ ਚੁਕੰਨੇ ਰਹਿ ਕੇ ਜਿਹੜੇ ਸੁੱਖ ਆਰਾਮ ਦੀਆਂ ਆਦਤਾਂ ਨਾ ਪਾਈਏ। ਸਾਨੂੰ ਕਦੀ ਕਦੀ ਜਿਹੜੀਆਂ ਚੀਜ਼ਾਂ ਨੇ, ਇਹ ਤੋਂ ਬਿਨਾਂ ਵੀ ਜੀਣ ਦੀ, ਔਰ ਇਹਨਾਂ ਨੂੰ ਐਕਸਟ੍ਰੀਮ ਵਿੱਚ ਨਾ ਵਰਤਿਆ ਜਾਵੇ। ਇਹਨਾਂ ਨੂੰ ਧਿਆਨ ਰੱਖੀਏ, ਇਹ ਸਾਡੀ ਸਿਹਤ ਲਈ ਵੀ ਨੁਕਸਾਨਦਾਇਕ ਹੈ। ਤੇ ਕਦੀ ਭਵਿੱਖ ਵਿੱਚ ਕੋਈ ਇਹੋ ਜਿਹਾ ਔਂਕੜ ਦਾ ਵੇਲਾ ਆ ਜਾਏ, ਔਖਾ ਵੇਲਾ ਆ ਜਾਏ, ਤੇ ਫਿਰ ਉਹਨਾਂ ਨਜਿੱਠਣਾ ਵੀ ਸਾਡੇ ਲਈ ਔਖਾ ਹੋ ਜਾਏਗਾ। ਅੰਤਰ ਏਕ ਪਿਰ ਹਾਂ, ਤੇ ਆਪਣੇ ਹਿਰਦੇ ਵਿੱਚ ਸਿਰਫ ਤੇ ਸਿਰਫ ਇੱਕ ਅਕਾਲ ਪੁਰਖ ਪਰਮਾਤਮਾ ਨੂੰ ਥਾਂ ਦੇ। ਬਾਹਰ ਅਨੇਕ ਧਰ ਹਾਂ, ਬਾਹਰੋਂ ਬੇਸ਼ੱਕ ਤੂੰ ਕਈ ਪਾਸੇ ਕੰਮਾਂ ਕਾਰਾਂ ਵਿੱਚ ਰੁੱਝਿਆ ਹੋਵੇਂ, ਪਰ ਤੇਰੀ ਸੁਰਤ ਜਿਹੜੀ ਹੈ ਉਹ ਸਿਰਫ ਤੇ ਸਿਰਫ ਅਕਾਲ ਪੁਰਖ ਵਿੱਚ ਹੋਣੀ ਚਾਹੀਦੀ। ਬਾਹਰਲੇ ਧੰਦੇ ਜਿਹੜੇ ਨੇ, ਉਹ ਤੂੰ ਆਪਣੀ ਜ਼ਿੰਮੇਵਾਰੀਆਂ ਨਿਭਾਈ ਜਾ ਕਿਸੇ ਅਨੇਕਾਂ ਢੰਗਾਂ ਦੇ ਨਾਲ। ਰਾਜਨ ਜੋਗ ਕਰ ਹਾਂ, ਤੇ ਇਸ ਤਰ੍ਹਾਂ ਤੂੰ ਰਾਜਾ ਵੀ ਹੋ ਤੇ ਜੋਗੀ ਵੀ ਹੋ। ਵੈਸੇ ਤਾਂ ਮੈਂ ਸਮਝਦਾ ਵੀ ਗੁਰੂ ਸਾਹਿਬ ਨੇ ਜਿੱਦਾਂ ਕਿਹਾ ਨਾ, 4 ਦਿਵਸ ਕੇ ਪਾਹੁਨ ਤੁਮ ਆਏ, ਬਹੁ ਜੁਗ ਆਸ ਬੰਧਾਏ। ਗੁਰਬਾਣੀ ਸਾਨੂੰ ਰੁਸ਼ਨਾਉਂਦੀ ਹੈ, ਕਹਿੰਦੇ ਭਾਈ ਪ੍ਰਾਹੁਣਾ ਤੇ ਤੂੰ 4 ਦਿਨਾਂ ਦਾ ਹੈ ਧਰਤੀ ਤੇ ਬਹੁ ਜੁਗ, ਤੇ ਤੇਰੀਆਂ ਪਲਾਨਿੰਗਾਂ ਜਿਹੜੀਆਂ ਹੈਗੀਆਂ, ਬੈਂਕ ਬੈਲੈਂਸ ਦੀ ਤਿਆਰੀਆਂ, ਇਨਵੈਸਟਮੈਂਟ ਦੀਆਂ ਤਿਆਰੀਆਂ, ਕੋਠੀਆਂ ਤੇ ਕਾਰਾਂ, ਤੇ ਤੇਰੀ ਜਿਹੜੀ ਪਲਾਨਿੰਗਾਂ ਹੈਗੀਆਂ ਉਹ ਇਸ ਢੰਗ ਦੀਆਂ ਹੈ ਕਿ ਜਿਵੇਂ ਤੂੰ ਪਤਾ ਨਹੀਂ ਕਿੰਨੇ ਯੁਗਾਂ ਤੱਕ ਇੱਥੇ ਰਹਿਣਾ ਹੈ। ਵੈਸੇ ਤੇ ਅਗਰ ਇੱਕ ਪਰਸੈਪਸ਼ਨ ਹੀ ਚੇਂਜ ਕਰ ਲਈਏ ਨਾ, ਪਰਸੈਪਸ਼ਨ ਤੇ ਇਹ ਕੰਮ ਬੜਾ ਸੌਖਾ ਹੋ ਜਾਂਦਾ, ਕਿਉਂਕਿ ਸਾਰੀ ਗੱਲ ਅੰਦਰੋਂ ਹੀ ਮਨ ਦੇ ਜੋ ਵਿਚਾਰ ਬਣੇ ਹੁੰਦੇ ਨੇ, ਉਹੀ ਸਾਡੇ ਜੀਵਨ ਨੂੰ ਸੇਧ ਦਿੰਦੇ ਨੇ। ਜਦੋਂ ਅਸੀਂ ਇਹ ਕਹਿੰਦੇ ਆ ਮੇਰਾ 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 ਮੇਰਾ, ਮੇਰੀ 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 ਮੇਰੀ, ਬਸ ਉੱਥੋਂ ਹੀ ਸਾਡੀ ਸਮੱਸਿਆ ਸ਼ੁਰੂ ਹੋ ਜਾਂਦੀ ਹੈ। ਅਗਰ ਮੰਨ ਲਓ ਮੈਂ ਇਹ ਕਹਾਂ ਕਿ ਇਹ ਮੇਰਾ ਹੈ ਹੀ ਨਹੀਂ, ਤੇ ਜੇ ਮੇਰਾ ਹੈ ਹੀ ਨਹੀਂ ਤੇ ਮੇਰਾ ਉੱਤੇ ਹੱਕ ਹੀ ਨਹੀਂ ਬਣਦਾ। ਇਹ ਤੇ ਸਾਰਾ ਅਕਾਲ ਪੁਰਖ ਵਾਹਿਗੁਰੂ ਦਾ ਦਿੱਤਾ ਹੋਇਆ ਹੈ, ਤੇ ਮੈਂ ਉਹਨੂੰ ਵਰਤ ਰਿਹਾ। ਦੁਨੀਆ ਅੰਦਰ ਜਿਉਂ ਮਹਿਮਾਨ ਹਾਂ, ਤੇ ਦੁਨੀਆ ਅੰਦਰ ਐਵੇਂ ਰਹਿਣਾ ਜਿਵੇਂ ਕਿ ਅਸੀਂ ਪ੍ਰਾਹੁਣੇ ਹੈਗੇ ਹਾਂ। ਵੈਸੇ ਮੈਨੂੰ ਯਾਦ ਹੈ ਕਿ ਸਾਡੇ ਨਾ ਘਰ ਆਪਣੇ ਇੱਕ ਉਦੋਂ ਬੰਬੇ ਤੋਂ ਆਉਂਦੇ ਹੁੰਦੇ ਸੀ, ਉਹਦਾ ਕ੍ਰੈਡਿਟ ਕਾਰਡ, ਡੈਬਿਟ ਕਾਰਡ ਵਗੈਰਾ ਕੁਛ ਨਹੀਂ ਹੁੰਦਾ ਸੀਗਾ। ਇਹ ਗੱਲ ਹੋਣੀ, ਇਸ ਗੱਲ ਨੂੰ ਮਤਲਬ 35 ਸਾਲ ਪੁਰਾਣੀ ਗੱਲ ਹੈ। ਸਾਡੇ ਮੰਮੀ ਦੇ ਕਜ਼ਨ ਸੀ, ਬੰਬੇ ਤੋਂ ਆਉਂਦੇ ਹੁੰਦੇ ਸੀਗੇ, ਤੇ ਉਦੋਂ ਤੇ 2.5-3 ਹਜ਼ਾਰ ਦਾ ਕੈਸ਼ ਵੀ ਬਹੁਤ ਵੱਡੀ ਰਕਮ ਹੁੰਦੀ ਸੀ, 4-5 ਹਜ਼ਾਰ ਦਾ ਕੈਸ਼। ਤੇ ਉਹ ਆਉਂਦੇ ਸੀਗੇ ਸਾਡੇ ਕੋਲ, ਇੱਕ ਰਾਤ ਠਹਿਰਨੀ, 2 ਰਾਤ ਠਹਿਰਨੀ, ਤੇ ਅੱਗੇ ਉਹਨਾਂ ਨੇ ਫਿਰ ਜਾਣਾ ਹੁੰਦੇ ਪਿੰਡ ਪੰਜਾਬ ਜਾਣਾ ਹੁੰਦੇ, ਲੁਧਿਆਣੇ ਕੋਈ ਬਿਜ਼ਨਸ ਦੇ ਵਿੱਚ। ਤੇ ਮੇਰੇ ਡੈਡੀ ਨੂੰ ਕਹਿੰਦੇ ਭਾਜੀ ਇਹ 10,000 ਮੈਂ ਤੁਹਾਡੇ ਕੋਲ ਰੱਖ ਚੱਲਾਂ, ਮੈਂ 2 ਦਿਨਾਂ ਬਾਅਦ ਆਵਾਂਗਾ ਤੇ ਤੁਹਾਡੇ ਕੋਲ ਲੈ ਲਾਂਗਾ। ਤੇ ਉਹ 10,000 ਡੈਡੀ ਦੇ ਨਹੀਂ ਹੁੰਦੇ ਸੀਗੇ, ਉਹਨਾਂ ਦੇ ਵਿੱਚ ਕਸਟਡੀ ਵਿੱਚ ਹੁੰਦੇ ਸੀਗੇ। ਤੇ ਜਿਹੜੇ 2 ਦਿਨ ਬਾਅਦ ਆਉਂਦੇ ਸੀ, ਡੈਡੀ ਜੀ ਉਹਨਾਂ ਨੂੰ 10,000 ਰੁਪਏ ਉਹਨਾਂ ਦਾ ਫੜਾ ਦਿੰਦੇ ਸੀਗੇ। ਹੁਣ ਦੇਖੋ ਸੁਖਮਨੀ ਸਾਹਿਬ ਜੀ ਪਤਾ ਹੁੰਦਾ ਬੜਾ ਵਧੀਆ, ਉਹ ਸਾਡੀਆਂ ਸਾਰੀਆਂ ਸਮੱਸਿਆਵਾਂ ਜਿਹੜੀਆਂ, ਉਹ ਚਾਹੇ ਡਿਪਰੈਸ਼ਨ ਹੈ, ਚਾਹੇ ਐਂਜ਼ਾਈਟੀ ਹੈ, ਸਾਰਿਆਂ ਨੂੰ ਹੱਲ ਕਰ ਦਿੰਦੀ ਹੈ। ਤੇ ਮੈਂ ਤਾਂ ਸਮਝਦਾ ਜਿਹੜੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ, ਉਹ ਇਹਦੇ ਵਰਗਾ ਕਾਉਂਸਲਰ ਪੂਰੀ ਦੁਨੀਆ 'ਚ ਕੋਈ ਨਹੀਂ ਹੈਗਾ। ਕੋਈ ਸਾਈਕੋਲੋਜੀ ਦੀ ਸਟਰੀਮ ਇਹਦਾ ਮੁਕਾਬਲਾ ਨਹੀਂ ਕਰ ਸਕਦੀ। ਕਹਿੰਦੇ ਅਗਨਤ ਸ਼ਾਹ ਆਪਣੀ ਦੇ ਰਾਸ, ਜਾਂ ਸ਼ਾਹੂਕਾਰ ਬੜਾ ਵੱਡਾ ਹੈ, ਅਗਨਤ
ਅਣਗਿਣਤ ਅਨੰਤ ਹੈਗਾ। ਉਹ ਆਪਣੀ ਰਾਸ ਪੂੰਜੀਆਂ ਪਦਾਰਥ ਦਿੰਦਾ ਹੈ ਵਰਤਣ ਲਈ। ਖਾਤ ਪੀਤ ਵਰਤੈ ਆਨੰਦ ਉਲਾਸ, ਬੰਦਾ ਖਾਂਦਾ ਪੀਂਦਾ ਆਨੰਦ ਮਾਣਦਾ ਹੈ, ਉਲਾਸ ਕਰਦਾ। ਪਰ ਇਹ ਸਾਰੀਆਂ ਅਮਾਨਤਾਂ ਨੇ, ਕਹਿੰਦੇ ਆਪਣੀ ਅਮਾਨ ਕਛ ਬਹੁਰ ਸ਼ਾਹ ਲੇ, ਆਪਣੀ ਅਮਾਨਤ ਕਿਤੇ ਸ਼ਾਹ ਲੈ ਲਵੇ ਮੋੜ ਕੇ, ਤੇ ਫਿਰ ਕੀ ਹੁੰਦਾ, ਅਗਿਆਨੀ ਮਨ ਰੋਸ ਕਰੇ। ਹੁਣ ਦੇਖੋ ਸਾਰੇ ਮਨ ਰੋਸ ਨਹੀਂ ਕਰਦੇ, ਅਗਿਆਨੀ ਮਨ ਰੋਸ ਕਰੇ। ਜਿਹੜਾ ਮਨ ਅਗਿਆਨੀ ਹੈ, ਜਿਹਨੇ ਗੁਰੂ ਦੀ ਮੱਤ ਨਹੀਂ ਲਈ, ਉਹ ਫਿਰ ਰੋਸ ਕਰਦਾ ਹੈ। ਤੇ ਰੋਸ ਕਰਦਾ ਫਿਰ ਹੁੰਦਾ ਕਿ ਆਪਣੀ ਪ੍ਰਤੀਤ ਆਪ ਹੀ ਹੋਵੇ, ਆਪਣਾ ਵਿਸ਼ਵਾਸ ਆਪ ਗਵਾ ਬੈਠਦਾ, ਬਹੁਰ ਉਸਕਾ ਵਿਸ਼ਵਾਸ ਨਾ ਹੋਵੇ। ਤੇ ਜਿਹੜਾ ਹੁਣ ਗੁਰਮੁਖ ਹੈ, ਜਿਹਨੇ ਗੁਰੂ ਦੀ ਮੱਤ ਲਈ ਹੈ, ਉਹ ਕੀ ਕਰਦਾ ਹੈ, ਜਿਸ ਕੀ ਬਸ ਤੇ ਸਾਗਿਆ ਰੱਖ ਹੈ, ਪ੍ਰਭ ਕੀ ਆਗਿਆ ਮੰਨੈ ਮੱਥ ਹੈ। ਤੇ ਜਦੋਂ ਇਦਾਂ ਕਰਦਾ ਫਿਰ ਹੁੰਦਾ ਕੀ, ਪੈਰਾਡੌਕਸ ਹੈ। ਕਹਿੰਦੇ ਉਸ ਤੇ ਚੌਗਣ ਕਰੇ ਨਹੀਂ ਹਾਲ, ਨਾਨਕ ਸਾਹਿਬ ਸਦਾ ਦਿਆਲ। ਸੋ ਇੱਕ ਪਰਸੈਪਸ਼ਨ ਹੀ ਚੇਂਜ ਕਰਨੀ ਹੈ ਆਪਣੇ ਡਾਇਲੌਗਸ ਵਿੱਚ, ਆਪਣੀ ਗੱਲਾਂ ਬਾਤਾਂ ਵਿੱਚ। ਇਹ ਕਹਿਣਾ ਸ਼ੁਰੂ ਕਰਦੀ ਹੈ ਕਿ ਇਹ ਘਰ ਮੇਰਾ ਨਹੀਂ ਹੈਗਾ, ਇਹ ਗੱਡੀ ਮੇਰੀ ਨਹੀਂ ਹੈਗੀ, ਇਹ ਤੇ ਮੈਨੂੰ ਅਕਾਲ ਪੁਰਖ ਨੇ ਵਰਤਣ ਲਈ ਦਿੱਤੀ ਹੋਈ ਹੈ। ਜਿੰਨਾ ਚਿਰ ਉਹਦਾ ਹੁਕਮ ਆਏਗਾ ਮੈਂ ਵਰਤਾਂਗਾ, ਮੈਂ ਆਨੰਦ ਲੈ ਰਿਹਾ। ਜਦੋਂ ਉਹਦਾ ਮਨ ਹੋਏਗਾ ਵਾਪਸ ਲੈ ਸਕਦਾ ਹੈ। ਸੋ ਮੈਂ ਕਾਰ ਤੋਂ ਸਾਈਕਲ ਤੇ ਵੀ ਆ ਸਕਦਾ, ਕਾਰ ਤੋਂ ਪੈਦਲ ਵੀ ਆ ਸਕਦਾ, ਇਹ ਉਹਦਾ ਹੁਕਮ ਹੈਗਾ। ਫਿਰ ਕਹਿੰਦੇ ਬਨੇ ਬਸੇ ਕਿਉਂ ਪਾਈ ਹੈ, ਕਹਿੰਦੇ ਵਨ ਵਿੱਚ ਜਾਈਏ ਕਿਉਂ, ਵਨ ਵਿੱਚ ਜੰਗਲ 'ਚ ਵਾਸਾ ਕਿਉਂ ਕਰੀਏ। ਜੋ ਲੋ ਮਨੋ ਨਾ ਤਜੇ ਵਿਕਾਰ, ਜੇ ਮਨ ਦੇ ਵਿਕਾਰ ਹੀ ਨਹੀਂ ਗਏ। ਕਹਿੰਦੇ ਕਬੀਰ ਮਾਇਆ ਤਜੀ ਤੋਂ ਕਿਆ ਹੁਆ, ਜੋ ਮਾਨ ਤਜਿਆ ਨਾ ਜਾਏ। ਮਤਲਬ ਕਿ ਜਿਹੜੇ ਵਿਕਾਰ ਸੀਗੇ ਉਹ ਤੇ ਨਾਲ ਹੀ ਲੈ ਗਏ ਜੰਗਲ ਦੇ ਵਿੱਚ ਹੀ, ਉਹ ਤੇ ਨਹੀਂ ਘਰ ਛੱਡ ਕੇ ਗਏ ਨਾ। ਜਿਹੜੀ ਫਿਜ਼ੀਕਲ ਚੀਜ਼ਾਂ ਸੀ ਉਹ ਛੱਡੀਆਂ, ਪਰ ਜਿਹੜੇ ਜਜ਼ਬਾਤ ਸੀਗੇ, ਜਿਹੜੇ ਵਿਚਾਰ ਸੀਗੇ, ਉਹ ਨਾਲ ਹੀ ਚਲੇ। ਕਹਿੰਦੇ ਜੈ ਘਰ ਬਨ ਸੰਸਰ ਕੀਆ, ਜਿਸ ਮਨੁੱਖ ਨੇ ਘਰ ਨੂੰ ਤੇ ਜੰਗਲ ਨੂੰ ਬਰਾਬਰ ਕਰ ਲਿਆ, ਚਾਹੇ ਜੰਗਲ ਵਿੱਚ ਰਵੇ ਚਾਹੇ ਘਰ ਵਿੱਚ ਰਵੇ, ਤੇ ਪੂਰੇ ਸੰਸਾਰ, ਉਹ ਇਸ ਸੰਸਾਰ ਤੇ ਪੂਰਨ ਹੈ। ਇਹ ਦੋ ਜਿਹੜੀਆਂ ਪੌੜੀਆਂ ਨੇ ਸਿੱਧ ਗੋਸ਼ਟ ਵਿੱਚੋਂ, ਥੋੜਾ ਇਹਦਾ ਜ਼ਿਕਰ ਕਰ ਲਈ। ਵੀਰ ਜੀ ਮਾੜਾ ਦੱਸ ਦਿਓ ਟਾਈਮ ਕਿੰਨਾ ਬਚਿਆ ਵੀਰ ਜੀ, ਟਾਈਮ ਕਿੰਨਾ ਬਚਿਆ? 10 ਮਿੰਟ ਜੀ, 10 ਮਿੰਟ। ਠੀਕ, ਓਕੇ, ਸਮਾਪਤ ਹੋਣ ਵਾਲਾ। ਇਹ ਪਹਿਲਾ ਜਿਹੜੀ ਪੌੜੀ ਹੈ, ਇਹ ਸਿੱਧਾਂ ਦੇ ਆਪਣੇ ਵਿਚਾਰ ਨੇ, ਜੋਗੀਆਂ ਦੇ, ਤੇ ਦੂਜੇ ਵਿੱਚ ਆਪਣੀ ਗੁਰੂ ਸਾਹਿਬ ਦੀ ਆਪਣੀ ਜੁਗਤ ਹੈ, ਜੋ ਸਿੱਖ ਮਤ ਹੈ। ਹਾਟੀ ਬਾਟੀ ਰਹੇ ਨਿਰਾਲੇ, ਹਾਟ ਮੈਨੇ ਬਾਜ਼ਾਰ, ਬਾਟ ਮੈਨੇ ਰਸਤਾ, ਅਰਥਾਤ ਜਿੱਥੇ ਵਸੋਂ ਹੈਗੀ ਹੈ ਉਹ ਤੋਂ ਅਸੀਂ ਨਿਰਾਲੇ ਰਹਿੰਦੇ ਹਾਂ। ਰੂਖ ਬੁਰਖ ਉਦਿਆਨੇ, ਰੁੱਖਾਂ ਥੱਲੇ, ਬਿਰਖਾਂ ਥੱਲੇ, ਜੰਗਲਾਂ ਵਿੱਚ ਰਹਿੰਦੇ ਹਾਂ। ਕੰਧ ਮੂਲ ਆਹਾਰੋ ਖਾਈਏ, ਕੰਧ ਮੂਲ ਦਾ ਆਹਾਰ ਖਾਂਦੇ ਹਾਂ। ਉਦੋਂ ਬੋਲੇ ਗਿਆਨੇ, ਇਹ ਜੋਗੀ ਹੈ, ਗਿਆਨ ਦੱਸਦਾ ਹੈ। ਤੀਰਥ ਨਾਈਏ ਸੁਖ ਫਲ ਪਾਈਏ, ਮੈਲ ਨਾ ਲਾਗੇ ਕਾਈ। ਅਸੀਂ ਤੀਰਥਾਂ ਦਾ ਇਸ਼ਨਾਨ ਕਰਦੇ ਹਾਂ, ਇਸ ਤਰ੍ਹਾਂ ਸਾਨੂੰ ਸੁਖ ਰੂਪੀ ਫਲ ਪ੍ਰਾਪਤ ਹੁੰਦਾ ਹੈ ਤੇ ਸਾਨੂੰ ਮੈਲ ਬਿਲਕੁਲ ਨਹੀਂ ਲੱਗਦੀ। ਗੋਰਖ ਪੂਤ ਲੋਹਰੀਪਾ ਬੋਲੇ, ਗੋਰਖ ਦਾ ਪੁੱਤਰ ਅਰਥਾਤ ਗੋਰਖ ਦਾ ਚੇਲਾ ਇਹ ਗੱਲ ਦੱਸਦਾ ਹੈ, ਜੋਗ ਜੁਗਤ ਬਿਦ ਸਾਈ, ਜੋਗੀਆਂ ਦੀ ਇਹ ਜੁਗਤ ਹੈ। ਇਹ ਗੱਲ ਗੁਰੂ ਸਾਹਿਬ ਨੇ ਜੋਗੀ ਨੂੰ ਕੋਟ ਕੀਤੀ ਹੈ। ਕੋਟ ਇਨ ਦਾ ਸੈਂਸ, ਜੋ ਜੋਗੀ ਨੇ ਕਿਹਾ ਗੁਰੂ ਸਾਹਿਬ ਨੇ ਆਪਣੀ ਬਾਣੀ 'ਚ ਪੇਸ਼ ਕੀਤੀ ਹੈ। ਹੁਣ ਜਵਾਬ ਗੁਰੂ ਸਾਹਿਬ ਦਾ ਹੈ, ਕਹਿੰਦੇ ਹਾਟੀ ਬਾਟੀ ਨੀਂਦ ਨਾ ਆਵੇ। ਅਸੀਂ ਜਿੱਥੇ ਹਾਟ ਨੇ, ਜਿੱਥੇ ਬਾਟ ਨੇ, ਜਿੱਥੇ ਰਾਹ ਬਣੇ ਹੋਏ ਨੇ, ਜਿੱਥੇ ਦੁਕਾਨਾਂ ਨੇ, ਜਿੱਥੇ ਵਸੋਂ, ਅਸੀਂ ਉੱਥੇ ਰਹਿੰਦੇ ਹਾਂ, ਪਰ ਅਸੀਂ ਨੀਂਦ ਨਹੀਂ ਆਉਣ ਦਿੰਦੇ। ਕਿਹੜੀ ਨੀਂਦ? ਮਨ ਦੀ ਨੀਂਦ। ਅਸੀਂ ਗੁਰੂ ਦੇ ਸ਼ਬਦ ਵਿੱਚ ਜੁੜ ਕੇ ਜਾਗਦੇ ਰਹਿੰਦੇ ਹਾਂ ਤੇ ਪਰ ਕਰ ਚਿਤ ਨਾ ਡੋਲਾਈ। ਬੜਾ ਵਧੀਆ ਨੁਕਤਾ ਹੈ, ਪਰ ਕਰ ਚਿਤ ਨਾ ਡੋਲਾਈ। ਕਈ ਬੰਦੇ ਪੁੱਛਦੇ ਨੇ ਵੀ ਗੁਰਬਾਣੀ ਦਾ ਪ੍ਰੈਕਟੀਕਲ ਕੀ ਹੈ, ਤੇ ਮੈਂ ਕਹਿੰਦਾ ਪਰ ਕਰ ਚਿਤ ਨਾ ਡੋਲਾਈ। ਦੂਜੇ ਨੂੰ ਨਾ ਪੁੱਛੋ ਤੇਰੀ ਤਨਖਾਹ ਕਿੰਨੀ ਹੈ, ਦੂਜੇ ਨਾਲ ਪੁੱਛੋ ਕੋਠੀ ਕਿੰਨੇ ਦੀ ਹੈ, ਕਾਰ ਕਿੰਨੇ ਦੀ ਹੈ, ਕਿਹੜੀ ਕਾਰ ਹੈ। ਉਹੀਓ ਦੇਖ ਪਰਾਈ ਚੋਪੜੀ ਨਾ ਤਰਸਾਏ ਜੀਓ, ਪਰ ਕਰ ਚਿਤ ਨਾ ਡੋਲਾਈ। ਪਰਾਏ ਘਰ ਨੂੰ ਦੇਖ ਕੇ ਆਪਣੇ ਚਿੱਤ ਨੂੰ ਡੋਲਣ ਨਹੀਂ ਦੇਣਾ। ਦੂਜਾ ਕੀ ਖਾ ਰਿਹਾ, ਕੀ ਪਾ ਰਿਹਾ, ਕੀ ਹੰਡਾ ਰਿਹਾ, ਕੀ ਕਮਾ ਰਿਹਾ, ਇਹਦੇ ਬਾਰੇ ਬਿਲਕੁਲ ਵੀ ਅਸੀਂ ਰੁਚੀ ਆਪਣੀ ਬੰਦ ਕਰ ਦਈ। ਸੋ ਪਰ ਕਰ ਚਿਤ ਨਾ ਡੋਲਾਈ, ਬਿਨ ਨਾਵੇਂ ਮਨ ਟੇਕ ਨਾ ਟਿਕਈ। ਅਕਾਲ ਪੁਰਖ ਪਰਮਾਤਮਾ ਦੀ ਬੰਦਗੀ ਤੋਂ ਬਿਨਾਂ ਮਨ ਨੂੰ ਟਿਕਾ ਨਹੀਂ ਆਉਂਦਾ। ਨਾਨਕ ਭੁੱਖ ਨਾ ਜਾਈ, ਇਹ ਨਾਨਕ ਭੁੱਖ ਨਹੀਂ ਜਾਂਦੀ, ਅਰਥਾਤ ਰੱਜ ਨਹੀਂ ਆਉਂਦਾ ਜਦ ਤੱਕ ਨਾਮ ਨਾ ਜਪਿਆ ਜਾਵੇ। ਹਾਟ ਪਟਣ ਕਰ ਗੁਰੂ ਦਿਖਾਇਆ, ਜਿਹੜਾ ਅਸਲੀ ਹਾਟ ਹੈ, ਅਸਲੀ ਪਟਨ ਹੈ, ਅਸਲੀ ਸ਼ਹਿਰ, ਰੌਣਕ ਮੇਲਾ, ਉਹ ਘਰ ਜਿਹੜਾ ਵਾਹਿਗੁਰੂ ਦਾ ਹੈ, ਉਹ ਗੁਰੂ ਨੇ ਦਿਖਾਇਆ ਹੈ। ਸਹਿਜੇ ਸੱਚ ਵਪਾਰੋ, ਆਤਮਕ ਅਡੋਲਤਾ ਦੇ ਵਿੱਚ ਟਿਕ ਕੇ ਅਸੀਂ ਉਸ ਸੱਚ ਦਾ ਨਾਮ ਸਿਮਰਨ ਦਾ ਵਪਾਰ ਕਰਦੇ ਹਾਂ। ਖੰਡਤ ਨਿੰਦਰਾ ਅਲਪ ਹਰਿ, ਨਾਨਕ ਤਤ ਵਿਚਾਰੋ। ਥੋੜਾ ਸੁਣਦੇ ਹਾਂ, ਥੋੜਾ ਖਾਂਦੇ ਹਾਂ, ਸਾਡੀ ਲੋੜਾਂ ਘੱਟ ਨੇ, ਨਾਨਕ ਤਤ ਵਿਚਾਰੋ। ਇਹ ਨਾਨਕ, ਇਹੀ ਜ਼ਿੰਦਗੀ ਦਾ ਤਤਸਾਰ ਹੈ, ਇਹੀ ਯੁੱਗ ਦਾ ਤਤਸਾਰ ਹੈ। ਵੈਸੇ ਮੈਂ ਵਾਹਿਗੁਰੂ ਦਾ ਬੜਾ ਸ਼ੁਕਰ ਕਰਦਾ, ਬੜਾ ਲੇਟ ਅਕਲ ਆਈ, ਪਰ ਜ਼ਿੰਦਗੀ ਦੇ ਪੜਾਅ ਤੇ ਆ ਕੇ ਮੈਨੂੰ ਹੁਣ ਸਮਝ ਆਈ ਹੈ ਕਿ ਮਨੁੱਖ ਦੀਆਂ ਲੋੜਾਂ ਸੱਚਮੁੱਚ ਹੀ ਬੜੀਆਂ ਘੱਟ ਨੇ, ਸੱਚਮੁੱਚ। ਤੇ ਸਾਡਾ ਘਰ, ਜਿਹੜਾ ਮੇਰਾ ਘਰ, ਤੇ ਮੈਂ ਜ਼ਰੂਰ ਕਹਾਂਗਾ ਦੂਜਿਆਂ ਦੇ ਘਰ ਤੇ ਮੈਂ ਕਦੀ ਐਨਾਲਾਈਜ਼ ਨਹੀਂ ਕੀਤਾ ਵੀ ਇੰਨਾ ਸਾਰਾ ਕਬਾੜ ਅਸੀਂ ਇਕੱਠਾ ਕਰਦੇ ਹਾਂ ਘਰਾਂ ਵਿੱਚ। ਔਰ ਜਿਹੜਾ
ਚੀਜ਼ਾਂ ਅਸੀਂ ਲਿਆਉਂਦੇ ਹਾਂ ਬਿਨਾਂ ਸੋਚੇ ਵਿਚਾਰੇ, ਇਹ ਸਿਰਫ ਫਿਜ਼ੀਕਲੀ ਸਾਡਾ ਥਾਂ ਨਹੀਂ ਮਲਦੀਆਂ, ਸਾਨੂੰ ਮੈਂਟਲੀ ਵੀ ਸਾਡਾ ਸਪੇਸ ਲੈ ਲੈਂਦੀਆਂ ਨੇ, ਡਿਸਟਰੈਕਟ ਕਰਦੀਆਂ ਨੇ, ਉਹਨੂੰ ਡਸਟਿੰਗ ਵੀ ਕਰਨੀ ਪੈਂਦੀ ਹੈ, ਸਾਹਮਣਾ ਵੀ ਪੈਂਦਾ ਹੈ। ਸੋ ਕਈ ਬੰਦੇ ਦਾ ਇਹ ਲੌਜਿਕ ਹੁੰਦਾ ਵੀ ਜਸਟ ਬਿਕੋਜ਼ ਯੂ ਕੈਨ ਅਫੋਰਡ ਸੋ ਵਾਈ ਡੋਂਟ ਯੂ ਬਾਏ। ਇਹ ਲੌਜਿਕ ਬਿਲਕੁਲ ਵੀ ਮੂਰਖਤਾ ਵਾਲਾ ਹੈਗਾ। ਉਹ ਮੈਂ ਦੇਖਦਾ, ਮੈਂ ਕਈ ਚੀਜ਼ਾਂ 20 ਸਾਲ 25 ਸਾਲ ਪਹਿਲੇ ਖਰੀਦੀਆਂ ਉੱਦਾਂ ਹੀ ਪਈਆਂ। ਮੈਂ ਉਹਨਾਂ ਦਾ ਚੌਂਕੀਦਾਰ ਬਣਿਆ ਬੇਜਾਨ ਚੀਜ਼ਾਂ ਦਾ। ਸੋ ਇਹ ਜਿਹੜੀ ਚੀਜ਼ਾਂ ਨੇ ਇਹ ਸਾਰੀਆਂ ਸਾਨੂੰ ਪਰੇਸ਼ਾਨ ਕਰਦੀਆਂ ਨੇ। ਸੋ ਗੁਰੂ ਕਾ ਸਿੱਖ ਆਪਣੀਆਂ ਲੋੜਾਂ ਨੂੰ ਆਪਣਾ ਘੱਟ ਰੱਖਦਾ। ਸੋ ਟਰੈਵਲ ਲਾਈਟ not only in train or bus but travel light in the suffer of life as well। ਜਿੱਦਾਂ ਕਹਿੰਦੇ ਨਾ, ਭਾਰੇ ਢਹਿਤੇ ਢਹਿ ਪਏ ਹੌਲੇ ਨਿਕਸੇ ਪਾਰ। ਜਿਹਨਾਂ ਨੇ ਭਾਰ ਜ਼ਿਆਦਾ ਚੁੱਕਿਆ ਹੁੰਦਾ ਨਾ, ਢਹਿੰਦੇ ਢਹਿੰਦੇ ਢਹਿ ਪੈਂਦੇ ਨੇ, ਜਿਹੜੇ ਹਲਕੇ ਫੁਲਕੇ ਹੁੰਦੇ ਨੇ ਉਹ ਪਾਰ ਚਲੇ ਜਾਂਦੇ ਨੇ। ਸਾਇਰ ਸਪਤ ਭਰੇ ਜਲ ਨਿਰਮਲ ਉਲਟੀ ਨਾਵ ਤਰਾਵੇ। ਸਾਇਰ ਸਮੁੰਦਰ, ਸਾਗਰ, ਸਪਤ ਮੈਨੇ ਸੱਤ, 5 ਗਿਆਨ ਇੰਦਰੇ, ਮਨ ਬੁੱਧੀ। ਇਹਨਾਂ ਨੂੰ ਜਿਹੜਾ ਗੁਰੂ ਦਾ ਭਗਤ ਹੈ, ਅਕਾਲ ਪੁਰਖ ਦਾ ਜਿਹੜਾ ਵਾਹਿਗੁਰੂ ਦਾ ਸੇਵਕ ਹੈ, ਉਹ ਪਰਮਾਤਮਾ ਦੇ ਨਾਮ ਰੂਪੀ ਜਲ ਦੇ ਨਾਲ ਭਰ ਕੇ ਰੱਖਦਾ ਹੈ ਤੇ ਉਲਟੀ ਨਾਵ ਤਰਾਵੇ। ਦੁਨੀਆ ਤੋਂ ਉਲਟ ਪਾਸੇ ਵਾਲੀ ਦੀ ਕਿਸ਼ਤੀ ਚੱਲਦੀ ਹੈ, ਜ਼ਿੰਦਗੀ ਦੀ ਬੇੜੀ ਚੱਲਦੀ ਹੈ। ਅਰਥਾਤ ਦੁਨੀਆ ਮਾਇਆ ਵਾਲੇ ਪਾਸੇ ਭੱਜਦੀ ਹੈ, ਉਹ ਮਾਇਆ ਦੇ ਮਾਲਿਕ ਵਾਲੇ ਪਾਸੇ ਜਾਂਦਾ ਹੈ। ਬਾਹਰ ਜਾਤੋਂ ਠਾਗ ਰਹਾਵੇ ਗੁਰਮੁਖ ਸਹਿਜ ਸਮਾਵੇ। ਗੁਰੂ ਦੇ ਸਨਮੁਖ ਹੋ ਕੇ ਉਹ ਆਤਮਿਕ ਅਡੋਲਤਾ ਵਿੱਚ ਟਿਕਿਆ ਰਹਿੰਦਾ ਹੈ ਤੇ ਬਾਹਰ ਜਾਂਦੇ ਮਨ ਨੂੰ ਰੋਕ ਕੇ ਰੱਖਦਾ ਹੈ। ਸੋ ਗਿਰਹੀ ਸੋ ਦਾਸ ਉਦਾਸੀ ਜਿਨ ਗੁਰਮੁਖ ਆਪ ਪਛਾਣਿਆ। ਜਿਹਨੇ ਗੁਰੂ ਦੇ ਸਨਮੁਖ ਹੋ ਕੇ ਆਪਣੇ ਆਪ ਨੂੰ ਪਛਾਣ ਲਿਆ, ਉਹੀ ਅਸਲ ਗਿਰਹੀ ਹੈ, ਉਹੀ ਅਸਲ ਉਦਾਸੀ ਹੈ। ਨਾਨਕ ਕਹੇ ਅਵਰ ਨਹੀਂ ਦੂਜਾ, ਸਾਚ ਸ਼ਬਦ ਮਨ ਮਾਨਿਆ। ਤੇ ਜਦੋਂ ਇਹੋ ਜਿਹਾ ਮਨੁੱਖ ਹੈ ਨਾਨਕ, ਜਦੋਂ ਸੱਚੇ ਸ਼ਬਦ ਵਿੱਚ ਸਦਾ ਸਿਫਤ ਪਰਮਾਤਮਾ ਦੇ ਸਿਫਤ ਸਲਾਹ ਦੇ ਬਾਣੀ ਵਿੱਚ ਉਹਦਾ ਮਨ ਗਿੱਝ ਜਾਂਦਾ ਹੈ, ਉਹਨੂੰ ਚੰਗਾ ਲੱਗਣ ਲੱਗ ਜਾਂਦਾ ਹੈ, ਤੇ ਉਹਨੂੰ ਫਿਰ ਦੂਜਾ ਹੋਰ ਕੋਈ ਨਜ਼ਰ ਨਹੀਂ ਆਉਂਦਾ। ਸੋ ਜੋਗ ਨਾ ਭਗਵੀ ਕੱਪੜੀ, ਜੋਗ ਨਾ ਮੈਲੇ ਵੇਸ, ਨਾਨਕ ਘਰ ਬੈਠਿਆਂ ਜੋਗ ਪਾਈਐ ਸਤਿਗੁਰ ਕੇ ਉਪਦੇਸ। ਨਾ ਤੇ ਜੋਗ ਭਗਵੇਂ ਕੱਪੜੇ ਪਾਉਣ ਵਿੱਚ ਹੈ, ਨਾ ਮੈਲੇ ਵੇਸ ਰੱਖਣ ਵਿੱਚ ਹੈ, ਪਰ ਇਹ ਨਾਨਕ ਘਰ ਬੈਠਿਆਂ ਹੀ ਜੋਗ ਮਿਲਾਪ ਅਕਾਲ ਪੁਰਖ ਨਾਲ ਪ੍ਰਾਪਤ ਹੋ ਜਾਂਦਾ ਹੈ, ਸਤਿਗੁਰੂ ਦੇ ਉਪਦੇਸ਼ ਦੇ ਸਦਕਾ। ਤੇ ਅਖੀਰ ਵਿੱਚ ਅਸੀਂ ਇੱਕ ਭਾਈ ਗੁਰਦਾਸ ਜੀ ਦੀ ਕਵਿਤਾ ਜਿਹੜਾ ਸਾਂਝਾ ਕਰਦੇ ਹਾਂ, ਇਸ ਤੋਂ ਬਾਅਦ ਸਾਡੀ ਕਲਾਸ ਦੀ ਸਮਾਪਤੀ ਹੈ। ਜੈਸੇ ਇੱਕ ਸਮੇਂ ਦਰੁਮ ਮੈਨੇ ਹੁੰਦਾ ਰੁੱਖ, ਦਰਖਤ, ਸਫਲ ਸਪੱਤਰ ਪੁੰਨ, ਸਪੱਤਰ ਨੇ ਪੱਤਿਆਂ ਦੇ ਨਾਲ, ਸਫਲ ਮੈਨੇ ਫਲਾਂ ਦੇ ਨਾਲ ਭਰਿਆ ਹੁੰਦਾ ਹੈ, ਪੁੰਨ ਮੈਨੇ ਭਰਿਆ ਹੁੰਦਾ ਹੈ। ਇੱਕ ਸਮੇਂ ਫੂਲ ਫਲ ਪੱਤਰ ਗਿਰ ਜਾਤ ਹੈ। ਇੱਕ ਸਮਾਂ ਐਸਾ ਹੁੰਦਾ ਪੱਤ ਚੜਾਉਂਦੀ ਹੈ, ਸਾਰੇ ਫਲ ਫੁੱਲ ਪੱਤੇ ਝੜ ਜਾਂਦੇ ਨੇ। ਸਰਿਤਾ ਮੈਨੇ ਨਦੀ, ਸਲਿਲ ਮੈਨੇ ਪਾਣੀ, ਜੈਸੇ ਕਬੂ ਸਮਾਨ ਬਹਿ। ਕਦੀ ਨਦੀ ਦਾ ਪਾਣੀ ਇੱਕਦਮ ਫਲੈਟ ਵਹਿੰਦਾ ਹੈ, ਕਬੂ ਅਥਾ ਅਤ ਪ੍ਰਬਲ ਦਿਖਾਤ ਹੈ, ਤੇ ਕਦੀ ਉਹ ਚ ਬੜੀਆਂ ਲਹਿਰਾਂ ਉੱਠਦੀਆਂ ਨੇ, ਇੱਦਾਂ ਲੱਗਦਾ ਜਿਵੇਂ ਹੜ ਆ ਗਿਆ। ਇੱਕ ਸਮੇਂ ਜੈਸੇ ਹੀਰਾ ਹੋਤ ਜੀਰ ਨਾਂਬਰ ਮੈਂ। ਜੀਰਨ ਹੁੰਦਾ ਪੁਰਾਣੇ ਫਟੇ ਕੱਪੜੇ, ਚੀਥੜੇ ਵਿੱਚ ਕਿਸੇ ਫਟੇ ਪੁਰਾਣੇ ਕੱਪੜੇ 'ਚ ਹੀਰਾ ਰੱਖਿਆ ਹੁੰਦਾ ਹੈ ਇੱਕ ਸਮੇਂ। ਇੱਕ ਸਮੇਂ ਕੰਚਨ ਜੜੇ ਜਗਮਗਾਤ ਹੈ, ਤੇ ਉਹੀ ਹੀਰਾ ਉਸ ਗੁਦੜੀ ਵਿੱਚੋਂ ਨਿਕਲ ਕੇ ਉਹ ਕਿਸੇ ਮੁੰਦੀ ਦੇ ਵਿੱਚ, ਕਿਸੇ ਹਾਰ ਦੇ ਵਿੱਚ, ਸੋਨੇ ਵਿੱਚ ਜੜਿਆ ਜਾਂਦਾ ਹੈ ਤੇ ਜਗਮਗ ਕਰਦਾ ਹੈ, ਹੀਰਾ ਹੋਈ ਹੈ। ਤੈਸੇ ਗੁਰਸਿੱਖ ਰਾਜਕੁਮਾਰ ਜੋਗੀਸ਼ਰ ਹੈ। ਇਸੇ ਤਰ੍ਹਾਂ ਜਿਹੜਾ ਗੁਰਸਿੱਖ ਹੈ ਉਹ ਰਾਜਾ ਵੀ ਹੈ, ਅਰਥਾਤ ਉਹਨੂੰ ਗੱਡੀ ਵੀ ਹੈ, ਕੋਠੀ ਵੀ ਹੈ, ਧਨ ਦੌਲਤ ਵੀ ਹੈ, ਪਰ ਜੋਗੀਸ਼ਰ, ਪਰ ਸਿਰੇ ਦਾ ਵੱਡਾ ਜੋਗੀ ਵੀ ਹੈ। ਅਰਥਾਤ ਜੋਗੀ ਕੌਣ ਹੁੰਦਾ ਹੈ? ਜਿਹਦੇ ਕੋਲ ਕੁਛ ਨਹੀਂ ਹੈਗਾ, ਜੋ ਤਿਆਗੀ ਹੈ। ਮਾਇਆ ਧਾਰੀ ਭਾਰੀ, ਬੇਸ਼ੱਕ ਗੁਰਸਿੱਖ ਬੜਾ ਵੱਡਾ ਮਾਇਆ ਧਾਰੀ ਹੈ, ਉਹਦੇ ਕੋਲ ਮਾਇਆ ਦਾ ਮਾਲਿਕ ਹੈ। ਜੋਗ ਜੁਗਤ, ਪਰ ਜਿਹੜੀ ਜੋਗ ਦੀ ਜੁਗਤ ਹੈ, ਮਿਲਾਪ ਦਾ ਰਸਤਾ ਹੈ। ਅਰਥਾਤ ਜੋਗ ਦੀ ਜੁਗਤ ਕਿਹੜੀ ਹੈ? ਸ਼ਬਦ ਸੁਰਤ ਦਾ ਮੇਲ। ਅਰਥਾਤ ਰੋਜ਼ ਬਾਣੀ ਪੜ੍ਹਦਾ ਹੈ, ਸੰਗਤ ਕਰਦਾ ਹੈ, ਬਾਣੀ ਵਿਚਾਰਦਾ ਹੈ, ਸੁਰਤ ਵਿੱਚ ਸ਼ਬਦ ਨੂੰ ਜੋੜ ਕੇ ਰੱਖਦਾ ਹੈ। ਜੋਗ ਜੁਗਤ ਜੁਗਾਤ ਹੈ, ਤੇ ਜੋਗ ਦੀ ਜੁਗਤ ਨਾਲ ਹਮੇਸ਼ਾ ਜੁੜ ਕੇ ਰਹਿੰਦਾ ਹੈ। ਇਹ ਹੈ ਅਕਾਲ ਪੁਰਖ ਮਤਲਬ ਗੁਰੂ ਸਾਹਿਬ ਵੱਲੋਂ ਜਗਤ ਨੂੰ ਦੱਸਿਆ ਹੋਇਆ ਨਿਆਰੀ ਸਿੱਖੀ ਦਾ ਰਾਹ। ਸੋ ਗੁਰੂ ਕਾ ਸਿੱਖ ਕਦੀ ਵੀ ਅੱਤ ਵਾਲੇ ਪਾਸੇ ਨਹੀਂ ਜਾਂਦਾ, ਇੱਕ ਸੰਤੁਲਿਤ ਜੀਵਨ ਜਿਉਂਦਾ ਹੈ। ਉਹ ਮਾਇਆ ਕਮਾਉਂਦਾ ਵੀ ਹੈ, ਪਰ ਮਾਇਆ ਵਿੱਚ ਕਦੀ ਖਚਿਤ ਨਹੀਂ ਹੁੰਦਾ। ਤੇ ਜਿਵੇਂ ਕਿ ਦਾਸ ਨੇ ਦੱਸਿਆ, ਗੁਰਬਾਣੀ ਨੇ ਜਿੱਦਾਂ ਦੱਸਿਆ ਕਿ ਉਹਦਾ ਬੈਸਟ ਤਰੀਕਾ ਇਹ ਵੇ ਕਿ ਮੈਂ ਮੇਰੀ ਨੂੰ ਤਿਆਗ ਦਿੱਤਾ ਜਾਵੇ, ਤੇ ਹਰ ਚੀਜ਼ ਬਾਰੇ ਆਪਣੇ ਮਨ ਵਿੱਚ ਆਪਣੇ ਆਪ ਨੂੰ ਹਮੇਸ਼ਾ ਇਹ ਚੇਤਾ ਕਰਾਇਆ ਜਾਵੇ ਕਿ ਮਤਲਬ ਜਿਹੜਾ ਤਨ ਹੈਗਾ, ਇੱਕ ਜਿਹੜਾ ਬੰਦਾ ਬਿਲਕੁਲ ਹੋਮਲੈਸ ਹੈ, ਫੁੱਟਪਾਥ ਤੇ ਸੌਂਦਾ, ਉਹਦੇ ਕੋਲ ਘੱਟ ਤੋਂ ਘੱਟ ਤਨ ਤੇ ਹੈ। ਗੁਰੂ ਸਾਹਿਬ ਕਹਿੰਦੇ ਨੇ, ਜੋ ਤਨ ਉਪਜਿਆ ਸੰਗ ਹੀ ਸੋ ਵੀ ਸੰਗ ਨਾ ਹੁਆ। ਤੇ ਬਾਹਰ ਦੀਆਂ ਚੀਜ਼ਾਂ ਤੇ ਬੜੀ ਦੂਰ ਦੀ ਗੱਲ ਹੈ, ਜਿਹੜਾ ਤਨ ਲੈ ਕੇ ਤੂੰ ਪੈਦਾ ਹੋਇਆ ਉਹ ਤਨ ਵੀ ਤੇਰੇ ਨਾਲ ਨਹੀਂ ਨਿਭਦਾ, ਇਹ ਵੀ ਸੜ ਕੇ ਸੁਆਹ ਹੋ ਜਾਂਦਾ ਹੈ, ਜਾਂ ਜਿਹੜੇ ਕਬਰ 'ਚ ਦਬ ਦੋ ਤੇ ਕੀੜੇ ਖਾ ਜਾਂਦੇ ਨੇ।
ਸੋ ਇਹ ਬੜਾ ਹੀ ਸ਼੍ਰੇਸ਼ਟ ਜੀਵਨ ਗੁਰੂ ਸਾਹਿਬ ਨੇ, ਜਿਹਦੇ ਰਾਹੀਂ ਗੁਰੂ ਸਾਹਿਬ ਨੇ ਕਿਹਾ ਮਾਨਸ ਤੇ ਦੇਵਤੇ ਪਏ ਧਿਆਇਆ ਨਾਮ ਹਰੇ। ਸੋ ਸਿੱਖੀ ਦੀ ਵਡਿਆਈ ਇਹੀ ਹੈ ਕਿ ਪਸ਼ੂਆਂ ਤੋਂ ਨਿਖੇੜ ਕੇ ਜੋ ਸਾਨੂੰ ਗੁਰੂ ਸਾਹਿਬ ਨੇ ਮਨੁੱਖਾ ਜਨਮ ਦਿੱਤਾ ਹੈ, ਤੇ ਇਹਨੂੰ ਸਿਰਫ ਕਹਿੰਦੇ ਖਾਣਾ ਪੀਣਾ ਹੱਸਣਾ ਸੋਣਾ ਵਿਸਰ ਗਿਆ ਹੈ ਮਰਨਾ, ਪ੍ਰਾਣੀ ਤੂੰ ਆਇਆ ਲਾਹਾ ਲੈਣ, ਲੱਗਾ ਕਿਤੇ ਕੋ ਫਕੜੇ ਸਮੁਖ ਦੀ ਚੱਲੀ ਰਹਿਣ। ਇਹ ਜਿਹੜੀਆਂ ਗੱਲਾਂ ਬਾਰ-ਬਾਰ ਗੁਰਬਾਣੀ ਸਾਨੂੰ ਸਮਝਾਉਂਦੀ ਹੈ, ਤੇ ਇਹਦੇ ਰਾਹੀਂ ਅਸੀਂ ਗ੍ਰਸਥ ਵਿੱਚ ਰਹਿ ਕੇ ਵੀ, ਮਾਇਆ ਵਿੱਚ ਰਹਿ ਕੇ ਵੀ ਮਾਇਆ ਤੋਂ ਨਿਰਲੇਪ ਰਹਿ ਸਕਦੇ ਹਾਂ। ਇਹ ਸਾਡੇ ਸਤਿਗੁਰੂ ਦੀ ਵਡਿਆਈ ਹੈ। ਸੋ ਆਪ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ। ਇਹ ਇੱਕ YouTube ਚੈਨਲ ਚਟਸਾਲ ਹੈ, ਜਿਹੜੇ ਨਵੇਂ ਸੱਜਣ ਨੇ ਉਹ ਜ਼ਰੂਰ ਦੇਖਣ। ਇੱਥੇ ਕਰੀਬ 1700 ਵੀਡੀਓ ਪੈ ਚੁੱਕੇ ਨੇ, ਜਿਹਦੇ ਵਿੱਚ 5ਵੀਂ ਤੋਂ ਲੈ ਕੇ 12ਵੀਂ ਤੱਕ ਹੁਣ ਵੀਡੀਓ ਚੱਲਦੇ ਪਏ ਨੇ। ਕੰਮ ਆਲਰੇਡੀ ਚਾਲੂ ਹੈ, ਜਿਸ ਸਾਇੰਸ ਮੈਥ ਔਰ ਇੰਗਲਿਸ਼ ਤੇ ਮੈਂ ਵੀਡੀਓ ਬਣਾ ਕੇ ਪਾ ਰਿਹਾ ਬੱਚਿਆਂ ਦੀ ਪੜ੍ਹਾਈ ਦੇ ਵਾਸਤੇ, ਔਰ ਇਹ ਬਿਲਕੁਲ ਫ੍ਰੀ ਆਫ ਕਾਸਟ ਹੈ। ਤੇ ਤੁਸੀਂ ਇਹਦੇ ਵਿੱਚ ਇੱਕ ਪਲੇਲਿਸਟ ਹੈ ਆਓ ਗੁਰਬਾਣੀ ਸਿੱਖੀਏ, ਜਿਹਦੇ ਬਾਰੇ ਗੁਰਬਾਣੀ ਦੇ ਕੁਝ ਖਾਸ ਨੁਕਤੇ ਜਿਹੜੇ ਨੇ ਉਹ ਪੇਸ਼ ਕੀਤੇ ਗਏ ਨੇ। 49 ਵੀਡੀਓ ਵਿੱਚ ਬਣ ਚੁੱਕੇ ਨੇ, ਔਰ ਰਵਾਇਤੀ ਕਥਾ ਤੋਂ ਬਿਲਕੁਲ ਵੱਖਰੇ ਕਿਸਮ ਦੇ ਨੇ। ਸੋ ਇੰਨੀਆਂ ਵਿਚਾਰਾਂ ਪ੍ਰਵਾਨ ਕਰਨੀਆਂ ਜੀ। ਆਪ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।